ਵਾਹਿਗੁਰੂ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਮਤ ਪਰਕਾਸਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋਂ ਧਰਾ ਪਾਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਬਾਲਾ ਸੰਦਰ ਵਾਚ, ਤੋਟਕ ਛੰਦ। ਗੁਰੂ ਨਾਨਕ ਧਿਆਨ ਖਦਾ ਕਰਿਐ, ਪਾਬੰਦਨ ਮੈਂ ਪੁੰਨ ਨਾ ਪਰਿਐ। ਗੁਰੂ ਨਾਨਕ ਧਿਆਨ ਸਦਾ ਕਰਿਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਦਾ ਸਦਕਾ ਹੈ ਇਹ ਕਲਯੁਗ ਦੇ ਸਮੇਂ ਦੇ ਵਿੱਚ ਜੋ ਪਰਮੇਸ਼ਵਰ ਦਾ ਸੱਚ ਹੈ, ਹਰ ਵੇਲੇ ਉਸ ਨੂੰ ਛਪਾਉਣ ਦੀਆਂ ਤੇ ਲੁਕਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਆਪ ਹੁਕਮ ਕੀਤਾ ਹੈ, ਇਹ ਕਲਯੁਗ ਦਾ ਸਮਾਂ ਇਹੋ ਜਿਹਾ ਹੈ, ਜੇ ਕੋ ਸਤ ਕਰੇ ਸੋ ਛੀਜੈ। ਜੇ ਇੱਥੇ ਕੋਈ ਸੱਚ ਕਮਾਉਂਦਾ ਹੈ, ਉਹਨੂੰ ਉਹ ਛਿਜਦਾ ਹੈ, ਕਮਜ਼ੋਰ ਹੁੰਦਾ ਹੈ। ਤਪ ਕਰ ਤਪ ਨਾ ਹੋਈ। ਜੇ ਕੋਈ ਤਪੱਸਿਆ ਕਰਦਾ ਹੈ, ਪਰਮੇਸ਼ਵਰ ਦਾ ਜਪ ਤਪ ਕਰਦਾ ਹੈ, ਤੇ ਉਸ ਨੂੰ ਉਸ ਦੀ ਤਪੱਸਿਆ ਨੂੰ ਭੰਗ ਕੀਤਾ ਜਾਂਦਾ ਹੈ। ਜੇ ਕੋ ਨਾਉ ਲਏ ਬਦਨਾਵੀ, ਕਲ ਕੇ ਲੱਖਣ ਇਹ। ਜੇ ਕੋਈ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਦਾ ਹੈ ਤੇ ਉਸ ਦੀ ਬਦਨਾਮੀ ਹੁੰਦੀ ਹੈ। ਇਹ ਕਲਯੁਗ ਦੀਆਂ ਨਿਸ਼ਾਨੀਆਂ ਨੇ, ਗੁਰਬਾਣੀ ਵਿੱਚ ਗੁਰੂ ਸਾਹਿਬ ਨੇ ਦੱਸੀਆਂ ਨੇ। ਤਾਂ ਇਸੇ ਤਰ੍ਹਾਂ ਹੀ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜੋ ਇਸ ਜਗਤ ਵਿੱਚ ਮਹਾਨ ਬਖਸ਼ਿਸ਼ਾਂ ਕੀਤੀਆਂ, ਸੱਚ ਧਰਮ ਦਾ ਮਾਰਗ ਕਲਯੁਗੀ ਜੀਵਾਂ ਨੂੰ ਦ੍ਰਿੜਾ ਕੇ ਸੱਚੇ ਨਾਮ ਦੇ ਸਿਮਰਨ ਵਿੱਚ ਜੋੜਿਆ। ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਤਿਹਾਸ ਭਾਈ ਬਾਲਾ ਜੀ ਦੇ ਕੋਲੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ
ਸੋ ਬਖਸ਼ਿਸ਼ ਕਰਕੇ ਉਚਰਾ ਕਰਕੇ ਪੈੜੇ ਮੁਖੇ ਕੋਲ ਲਿਖਵਾ ਕੇ ਜਨਮ ਸਾਖੀ ਬਣਾਈ। ਤੋ ਕਵੀ ਜੀ ਨੇ ਦੱਸਿਆ ਹੈ, ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਹਜ਼ੂਰੀ ਤੱਕ ਉਹ ਇੱਕੋ ਹੀ ਪੋਥੀ ਰਹੀ ਅਤੇ ਗੁਰੂ ਰਾਮਦਾਸ ਮਹਾਰਾਜ ਦੇ ਇਸ ਪ੍ਰਕਾਰ ਭਾਈ ਹਿੰਦਾਲ ਜੀ ਸਿੱਖ ਹੋਏ ਬੜੇ ਸ਼ਰਧਾਲੂ। ਉਹਨਾਂ ਦੀ ਵੰਸ਼ ਦੇ ਵਿੱਚ ਕੋਈ ਇਹੋ ਜਿਹਾ ਸਾਖਤ ਪੁਰਸ਼ ਨੇ ਜਨਮ ਲਿਆ ਜਿਸ ਨੇ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਨੂੰ ਘਟਾਉਣ ਲਈ ਕਬੀਰ ਪੰਥੀਆਂ ਨਾਲ ਰਲ ਕੇ ਤੇ ਉਹ ਜੋ ਗੁਰੂ ਸਾਹਿਬ ਦੀ ਅਸਲੀ ਜਨਮ ਸਾਖੀ ਸੀ ਉਸ ਨੂੰ ਪਾੜ ਕਰਕੇ ਬਿਆਸਾ ਵਿੱਚ ਰੋੜ ਦਿੱਤਾ ਅਤੇ ਹੋਰ ਵਿਗਾੜ ਕਰਕੇ ਸਾਖੀ ਲਿਖ ਕੇ ਗੁਰੂ ਸਾਹਿਬ ਦਾ ਇਤਿਹਾਸ ਜਿਹੜਾ ਹੈ ਉਹ ਪ੍ਰਚਲਿਤ ਕਰ ਦਿੱਤਾ, ਜਿਹਦੇ ਵਿੱਚ ਹਿੰਦਾਲ ਦੀ ਬਹੁਤ ਸਿਫਤ ਕੀਤੀ, ਕਬੀਰ ਜੀ ਦੀ ਸਿਫਤ ਕਰ ਦਿੱਤੀ। ਇਸ ਤਰ੍ਹਾਂ ਦੇ ਨਾਲ ਵਿਗਾੜ ਪਾਇਆ। ਜਿਸ ਵੇਲੇ ਕਵੀ ਜੀ ਨੇ ਇਹ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਿਆ, ਗੁਰੂ ਦੀ ਪ੍ਰੇਰਣਾ ਦੇ ਨਾਲ ਭਾਈ ਸਾਹਿਬ ਜੀ ਨੇ ਇਹ ਨਾਨਕ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖ ਕਰਕੇ ਤੇ ਜਦੋਂ ਪ੍ਰਚਾਰ ਕੀਤਾ, ਪਤਾ ਲੱਗਦਾ ਬਹੁਤ ਥਾਵਾਂ ਤੇ ਫਿਰ ਇਹਦਾ ਪ੍ਰਚਾਰ ਹੋਣ ਲੱਗ ਪਿਆ, ਨਾਨਕ ਪ੍ਰਕਾਸ਼ ਦੀ ਕਥਾ ਹੋਣ ਲੱਗ ਪਈ। ਜਦੋਂ ਭਾਈ ਸਾਹਿਬ ਜੀ ਹੁਣਾਂ ਨੇ ਇਸ ਤਰ੍ਹਾਂ ਇਤਿਹਾਸ ਲਿਖਿਆ, ਕਥਾ ਹੋਣ ਲੱਗੀ ਤੇ ਜਿਹੜੀਆਂ ਉਹ ਵਿਗੜੀ ਹੋਈ ਜਨਮ ਸਾਖੀ ਦੀਆਂ ਲੋਕਾਂ ਨੇ ਸਾਖੀਆਂ ਪੜ੍ਹੀਆਂ ਹੋਈਆਂ ਸਨ, ਉਹਨਾਂ ਨੇ ਸ਼ੰਕਾ ਕੀਤੀ, ਭਾਈ ਸਾਹਿਬ ਜੀ ਤੁਸੀਂ ਇਤਿਹਾਸ ਜਿਸ ਤਰ੍ਹਾਂ ਲਿਖਿਆ ਹੈ ਦੂਸਰੀਆਂ ਸਾਖੀਆਂ ਵਿੱਚ ਤੇ ਹੋਰ ਤਰ੍ਹਾਂ ਦੇ ਨਾਲ ਲਿਖਿਆ ਹੋਇਆ। ਭਾਈ ਸਾਹਿਬ ਜੀ ਨੇ ਇਸ ਗੱਲ ਨੂੰ ਸਪਸ਼ਟ ਕੀਤਾ, ਕਹਿੰਦਾ ਕਿ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਤੇ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਆਦਿ ਜੋ ਪ੍ਰਮਾਣਿਕ ਇਤਿਹਾਸ ਨੇ, ਉਹਨਾਂ ਇਤਿਹਾਸਾਂ ਦੇ ਵਿੱਚੋਂ ਮੈਂ ਗੁਰੂ ਸਾਹਿਬ ਦਾ ਇਤਿਹਾਸ ਸੋਧ ਕੇ ਜਿਹੜਾ ਹੈ ਉਸ ਨੂੰ ਸਿੱਧ ਕੀਤਾ, ਜੋ ਗੁਰਬਾਣੀ ਦੇ ਉੱਪਰ ਠੀਕ ਢੁਕਦਾ ਹੈ, ਮਿਲਾਵਟਾਂ ਨੂੰ ਦੂਰ ਕੀਤਾ ਹੈ। ਤੋ ਧੰਨ ਸਤਿਗੁਰੂ ਪਾਤਸ਼ਾਹ ਜੀ ਨੇ ਇਉਂ ਬਖਸ਼ਿਸ਼ ਕਰਕੇ ਰਹਿਮਤ ਕੀਤੀ। ਭਾਈ ਸੰਤੋਖ ਸਿੰਘ ਸਾਹਿਬ ਜੀ ਜੋ ਟਕਸਾਲ ਦੇ ਵਿਦਿਆਰਥੀ ਹੋ ਕਰਕੇ ਵਿਦਵਾਨ ਬਣੇ, ਉਹਨਾਂ ਨੇ ਇਹ ਇਤਿਹਾਸ ਗੁਰੂ ਸਾਹਿਬ ਦਾ ਲਿਖਿਆ। ਫਿਰ ਬਾਅਦ ਵਿੱਚ ਸੰਗਤਾਂ ਦੇ ਸਹਿਯੋਗ ਨਾਲ 10 ਗੁਰੂਆਂ ਦਾ ਇਤਿਹਾਸ ਗੁਰਪ੍ਰਤਾਪ ਸੂਰਜ ਗ੍ਰੰਥ ਹੋਣਾ ਸੰਪੂਰਨ ਕੀਤਾ। ਗੁਰੂ ਦੀ ਬਖਸ਼ਿਸ਼ ਨਾਲ ਇਸ ਪਾਵਨ ਪਵਿੱਤਰ ਟਕਸਾਲ ਦੇ ਇਸ ਅਸਥਾਨ ਤੇ ਗੁਰੂ ਸਾਹਿਬ ਦਾ ਇਹ ਲੜੀਵਾਰ ਇਤਿਹਾਸ ਆਪਾਂ ਸ਼ੁਰੂ ਕੀਤਾ ਹੈ, ਤਾਂ ਕਿ 10 ਗੁਰੂਆਂ ਦੀ ਮਹਿਮਾ ਅਸੀਂ ਪੜ੍ਹ ਸੁਣ ਸਕੀਏ, ਜਿਹਦੇ ਨਾਲ ਗੁਰੂ ਦੀ ਸਿੱਖੀ ਸਾਨੂੰ ਪ੍ਰਪੱਕ ਹੋਵੇ, ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਬਰਕਤਾਂ ਮਾਣ ਸਕੀਏ। ਤੋ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਬਾਰੇ ਸਭ ਸ਼ੰਕੇ ਨਿਵਰਤ ਕੀਤੇ। ਜੋ ਲੋਕਾਂ ਨੇ ਸ਼ੰਕੇ ਪਾਏ ਸਨ ਕਿ ਗੁਰੂ ਨਾਨਕ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ ਹੈ ਕਿ ਨਿਰੰਕਾਰ ਨੇ ਆਕਾਰ ਕਰਕੇ ਤੋ ਨਿਰੰਕਾਰ ਆਕਾਰ ਸਦਾਇਆ। ਸੋ ਮਹਾਰਾਜ ਆਕਾਰ ਦਾ ਰੂਪ ਗੁਰੂ ਨਾਨਕ ਦਾ ਧਾਰ ਕੇ ਨਿਰੰਕਾਰ ਨੇ ਹੀ ਸੋ ਇਸ ਪ੍ਰਕਾਰ ਗੁਰੂ ਨਾਨਕ ਸਦਾਇਆ। ਤੇ ਗੁਰੂ ਨਾਨਕ ਗੁਰ ਅੰਗ ਤੇ ਗੰਗੋ ਜਾਨ ਤਰੰਗ ਉਠਾਇਆ। ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਗਾਂ ਨਾਲ ਲਾ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਬਣਾ ਕਰਕੇ ਗੰਗਾ ਦੀ ਲਹਿਰ ਵਿੱਚੋਂ ਜਿਵੇਂ ਲਹਿਰ ਉੱਠਦੀ ਆ ਗੰਗਾ ਨਦੀ ਵਿੱਚੋਂ, ਇਹ ਦੂਸਰਾ ਰੂਪ ਅੱਗੇ ਪ੍ਰਗਟ ਕਰਕੇ ਆਪਣੀ ਜੋਤ ਨੂੰ ਪ੍ਰਕਾਸ਼ਿਤ ਕੀਤਾ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸੁਲਤਾਨਪੁਰ ਸਾਹਿਬ ਜੀ ਵਿਖੇ ਮਰਦਾਨਾ ਨੂੰ ਟਿਕਾ ਲਿਆ ਆਪਣੇ ਕੋਲ ਅਤੇ ਰਬਾਬ ਮੰਗਵਾ ਲਿਆ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਮਰਦਾਨੇ ਦਾ ਚਿੱਤ ਜਿਹੜਾ ਸੀ ਉਸ ਨੂੰ ਦ੍ਰਿੜ ਕਰਾ ਦਿੱਤਾ ਹੈ ਕਿ ਭਾਈ ਸਾਡੇ ਨਾਲ ਭਾਵੇਂ ਭੁੱਖ ਦੁੱਖ ਝੱਲਣਾ ਪਊਗਾ, ਪੈਦਲ ਤੁਰਨਾ ਪਊਗਾ ਅਤੇ ਇਸੇ ਤਰ੍ਹਾਂ ਹੀ ਕਰਤਾਰ ਦੀ ਰਜ਼ਾ ਪਰਮੇਸ਼ਵਰ ਦੀ ਹੈ। ਮਰਦਾਨੇ ਨੇ ਕਬੂਲ ਕੀਤਾ ਤੇ ਸਤਿਗੁਰੂ ਪਾਤਸ਼ਾਹ ਜੀ ਹੁਣ ਜਿਸ ਤਰੀਕੇ ਦੇ ਨਾਲ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਪ ਜੀ ਥਾਵਾਂ ਥਾਵਾਂ ਤੇ ਵਿਚਰ ਕਰਕੇ ਬਖਸ਼ਿਸ਼ਾਂ ਕਰਦੇ ਨੇ, ਕਵੀ ਜੀ ਉਸ ਇਤਿਹਾਸ ਨੂੰ ਸ਼ੁਰੂ ਕਰ ਰਹੇ ਨੇ। ਆਓ ਪਿਆਰਪੂਰਵਕ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਤਾਰੇ ਗਨੇ ਜਾਤ ਤੇਰੇ ਤਾਰੇ ਨਾਗੇ ਨਾਤ ਹੈ, ਕਿਤਨੇ ਕ ਜੀਵਾਂ ਨੂੰ ਗੁਰੂ ਨਾਨਕ ਨੇ ਇਸ ਭਵਜਲ ਤੋਂ ਤਾਰਿਆ, ਉਹਨਾਂ ਦੇ ਆਪਾਂ ਪ੍ਰਸੰਗ ਸਰਵਣ ਕਰਦੇ ਹਾਂ। ਧੰਨ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਸ਼ਰਧਾ ਦੇ ਸਹਿਤ ਨਮਸਕਾਰ ਕਰਦੇ ਹੋਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਸ੍ਰੀ ਬਾਲਾ ਸੰਦਰਵਾਚ ਤੋ ਸ਼੍ਰੋਮਣੀ ਬਾਲਾ ਜੀ ਸੰਧੂ ਗੋਤ ਵਾਲੇ ਉਵਾਚ ਕਥਨ ਕਰਦੇ ਹਨ। ਟੋਟਕ ਛੰਦ ਗੁਰੂ ਨਾਨਕ ਤਨ ਖਦਾ ਕਰਿਐ। ਤੋ ਕਹਿੰਦੇ ਨੇ ਭਾਈ ਧੰਨ
ਸਾਹਿਬ ਗੁਰੂ ਨਾਨਕ ਮਹਾਰਾਜ ਜੀ ਦਾ ਧਿਆਨ ਸਦਾ ਕਰੀਐ। ਸੋ ਇਸ ਪ੍ਰਕਾਰ ਸਦਾ ਵਾਸਤੇ ਗੁਰੂ ਨਾਨਕ ਸਾਹਿਬ ਦਾ ਧਿਆਨ ਕਰਿਆ ਕਰੀਏ, ਮੰਗਲਾਚਾਰ ਕਰਦੇ ਗੁਰੂ ਨਾਨਕ ਸਾਹਿਬ ਦਾ। ਬੰਧਨ ਮੈਂ ਪੁਰ ਨਾ ਪਰੀਐ। ਤੇ ਸੰਸਾਰ ਦੇ ਬੰਧਨਾਂ ਵਿੱਚ ਮੁੜ ਕੇ ਫਿਰ ਕਦੇ ਵੀ ਨਹੀਂ ਪਾਵਾਂਗੇ ਜੇ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਾਰਨ ਕਰਾਂਗੇ। ਸੋ ਸਾਗਰ ਰੂਪ ਜਾਗਰ ਜੋ। ਧੰਨ ਮੇਰੇ ਸਤਿਗੁਰੂ ਸੁੱਖਾਂ ਦੇ ਸਮੁੰਦਰ ਹਨ ਜੋ ਉਜਾਗਰ ਪ੍ਰਗਟ ਹਨ ਸੰਸਾਰ ਦੇ ਵਿੱਚ। ਸਭ ਜੀਤਨ ਦੰਭੈ ਆਗਰ ਜੋ ਬੜੇ ਬੜੇ ਪਖੰਡ ਦੇ ਘਰ ਬਣੇ ਸਨ, ਸਤਿਗੁਰੂ ਪਾਤਸ਼ਾਹ ਉਹਨਾਂ ਸਭਨਾਂ ਨੂੰ ਜਿੱਤਣ ਵਾਲੇ ਹਨ ਗੁਰੂ ਨਾਨਕ ਸਾਹਿਬ ਜੀ। ਦੁਖ ਦਾਰਦ ਦੋਖ ਨਕੰਦਨ ਹੈ। ਦੁੱਖਾਂ ਨੂੰ, ਦਲਿੱਦਰਾਂ ਨੂੰ, ਦੋਸ਼ਾਂ ਨੂੰ, ਇਸ ਦੁਆਖ ਨੂੰ ਸੋ ਕੱਟਣ ਵਾਲੇ ਹਨ ਗੁਰੂ ਨਾਨਕ ਸਾਹਿਬ ਜੀ। ਅਰਬਿੰਦ ਦੁਤੰਗ ਪਾਦ ਬੰਦਨ ਹੈ। ਸੋਹਣੇ ਸੁੰਦਰ ਮੇਰੇ ਸਤਿਗੁਰੂ ਪਾਤਸ਼ਾਹ ਦੇ ਬਦ ਚਰਨ ਜੜੇ ਹਨ, ਅਰਬਿੰਦ ਕਮਲਾਂ ਵਰਗੇ ਸੁੰਦਰ ਹਨ। ਸੋ ਕੰਦ ਮਕੰਦ ਗਿਆਨ ਘਨੰ। ਸੁਖ ਦੇ ਦਾਤੇ ਹਨ, ਮੁਕਤੀ ਦੇ ਦਾਤੇ ਹਨ, ਗਿਆਨ ਦੇ ਬੱਦਲ ਖਜ਼ਾਨਾ ਹਨ। ਸਰਨਾਂਗਤ ਕੇ ਅਗ ਓਗ ਹਨੰ। ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਏ ਉਸ ਦੇ ਅਗ ਮੈਨੇ ਪਾਪ ਓਗ ਸਮੂਹ ਸਾਰੇ ਹੀ ਪਾਪਾਂ ਨੂੰ ਨਾਸ਼ ਕਰਨ ਵਾਲੇ ਹਨ ਗੁਰੂ ਨਾਨਕ ਸਾਹਿਬ ਜੀ। ਭਵ ਮੈਂ ਭਵ ਕਾਰਨ ਜਾਹੇ ਧਰਾ। ਸੰਸਾਰ ਦੇ ਵਿੱਚ ਜਿਸ ਵਾਸਤੇ ਗੁਰੂ ਸਾਹਿਬ ਨੇ ਭਵ ਅਵਤਾਰ ਧਾਰਨ ਕੀਤਾ ਸੀ, ਅਬ ਚਾਹਤ ਤਾਹੇ ਸਰੂਪ ਕਰ ਸਪੂਰ ਕਰ। ਹੁਣ ਚਾਹੁੰਦੇ ਨੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਕਿ ਉਹ ਜਿਸ ਕਾਰਜ ਲਈ ਦੁਨੀਆ ਵਿੱਚ ਆਏ ਹਾਂ ਉਸ ਕਾਰਜ ਨੂੰ ਹੁਣ ਸੰਪੂਰਨ ਕਰੀਏ। ਮਤ ਮੰਦ ਨਰੇ ਨਰ ਭੂਰ ਭਰਿਓ। ਮੰਦੀ ਮਤ ਵਾਲੇ ਲੋਕ ਜਿਨ੍ਹਾਂ ਦੇ ਨਾਲ ਕਹਿੰਦੇ ਨਰਕ ਭਰ ਗਏ ਹਨ, ਵੇਖੈ ਹਰ ਕੀਰਤ ਸਿਹਤ ਕਰਿਓ। ਉਹਨਾਂ ਨੂੰ ਵੇਖ ਕੇ ਗੁਰੂ ਸਾਹਿਬ ਨੇ ਇਸ ਕਲਯੁਗ ਦੇ ਸਮੇਂ ਵਿੱਚ ਵਾਹਿਗੁਰੂ ਪਰਮੇਸ਼ਵਰ ਦੇ ਜਸ ਕਰਨ ਦਾ ਪੁਲ ਬੰਨ੍ਹਿਆ ਹੈ, ਤਾਂ ਕਿ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਕੇ ਕਥਾ ਕੀਰਤਨ ਕਰਕੇ ਇਸ ਪੁਲ ਤੋਂ ਇਹ ਕਲਯੁਗੀ ਜੀਵ ਤਰ ਜਾਣ, ਨਰਕਾਂ 'ਚ ਨਾ ਪੈਣ। ਉਪਰ ਪਾਰ ਪਰੇ ਨਰ ਜੋ। ਤੋ ਇਹ ਜੋ ਸੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਸੇਤ ਪੁਲ ਬੰਨ੍ਹਿਆ ਹੈ, ਜਿਹੜੇ ਵੀ ਮਨੁੱਖ ਗੁਰੂ ਨਾਨਕ ਦੀ ਸ਼ਰਨ ਲੈਣਗੇ ਉਹ ਇਸ ਪੁਲ ਤੋਂ ਲੰਘ ਜਾਣਗੇ। ਪਦ ਪੰਕਜ ਸੇਵਤ ਜੋ ਉਰਸੋਂ। ਜੋ ਔਰ ਹਿਰਦਾ ਲਾ ਕੇ ਦਿਲ ਲਾ ਕੇ ਜੋ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਹਨ ਜਾਂ ਕਰਨਗੇ ਉਹ ਸਭ ਦਾ ਉਧਾਰ ਹੋਵੇਗਾ। ਔਰ ਰੂਪ ਵਿਖੈ ਨਿਤ ਧਿਆਨ ਧਰੈ। ਜਿਹੜੇ ਨਿਤ ਪ੍ਰਤੀ ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਸਰੂਪ ਦਾ ਧਿਆਨ ਧਾਰਨ ਕਰਦੇ ਹਨ, ਜਿਨ ਸੰਸ ਭਏ ਜਮ ਤੇ ਨਾ ਡਰੈ। ਉਹ ਸ਼ੰਕੇ ਤੋਂ ਰਹਿਤ ਹੋ ਕੇ ਜਮਦੂਤਾਂ ਤੋਂ ਵੀ ਨਹੀਂ ਡਰਨਗੇ। ਜੋ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵਾ ਕਰਕੇ ਗੁਰੂ ਸਾਹਿਬ ਦਾ ਧਿਆਨ ਧਾਰਨ ਕਰਕੇ ਨਾਮ ਜਪਣਗੇ। ਦੋਹਰਾ ਨਿਗਸੇਪੁਰ ਸੁਲਤਾਨ ਤੇ। ਧੰਨ ਸਤਿਗੁਰੂ ਪਾਤਸ਼ਾਹ ਜੀ ਸੁਲਤਾਨਪੁਰ ਸਾਹਿਬ ਤੋਂ ਬਾਹਰ ਨਿਕਲੇ ਹਨ। ਮਰਦਾਨਾ ਸੰਗ ਲੀਨ। ਮਰਦਾਨੇ ਨੂੰ ਹਜੂਰ ਨੇ ਨਾਲ ਲਿਆ ਹੈ। ਕਮਲਾਲਨ ਤੇ ਬਚਪਨੇ। ਕਮਲ ਸਿਰਿਖੇ ਮੁਖ ਤੋਂ ਬਚਨ ਕੀਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਜਿਹੜੇ ਗੁਰ ਪਰਮ ਪ੍ਰਬੀਨ। ਧੰਨ ਸ਼੍ਰੋਮਣੀ ਸਤਿਗੁਰੂ ਨਾਨਕ ਸਾਹਿਬ ਜੋ ਮਹਾਨ ਪ੍ਰਮੀਨ ਚਤਰ ਅੰਤਰਜਾਮੀ ਹਨ। ਟੋਟਕ ਛੰਦ ਚਲਬੇ ਚਿਤ ਚਾਹਤ ਹੋ ਕਿਤ ਕੋ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਹੁਣ ਮਾਣ ਬਖਸ਼ਦੇ ਨੇ ਮਰਦਾਨੇ ਨੂੰ, ਕਹਿੰਦੇ ਵੀ ਮਰਦਾਨਾ ਹੁਣ ਚੱਲਣਾ ਆਪਾਂ, ਦੱਸ ਵੀ ਕਿਹੜੇ ਪਾਸੇ ਨੂੰ ਚੱਲੀਏ। ਸਾਧੋ ਬਤਾ ਚਲਾਂ ਤਿਤ ਕੋ। ਤੂੰ ਮਰਦਾਨਾ ਦੱਸ ਜਿਹੜੇ ਪਾਸੇ ਨੂੰ ਕਹੇ ਹੁਣ ਉਧਰ ਹੀ ਚੱਲਾਂਗੇ ਆਪਾਂ। ਨਿਰਦਾਸ ਉਧਾਰਨ ਕਾਜ ਚਲੇ। ਆਪਣੇ ਦਾਸਾਂ ਸੇਵਕਾਂ ਗੁਰਸਿੱਖਾਂ ਦਾ ਉਧਾਰ ਕਰਨ ਵਾਸਤੇ ਚੱਲੇ ਹਨ। ਬਹੁ ਮਾਨਵ ਕੇ ਜਿਨ ਦੁਖ ਦਲੇ। ਸੰਸਾਰ ਦੇ ਮਨੁੱਖਾਂ ਦੇ ਜਿਨ੍ਹਾਂ ਨੇ ਸਮੂਹ ਦੁੱਖਾਂ ਨੂੰ ਦੂਰ ਕੀਤਾ ਸਤਿਗੁਰਾਂ ਨੇ। ਦੁਈਆ ਛੰਦ ਕਹਿ ਮਰਦਾਨਾ ਜਤ ਨਿਜ। ਤੋ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰ, ਮਰਦਾਨਾ ਕਹਿੰਦਾ ਮਹਾਰਾਜ ਜਿੱਧਰ ਆਪ ਜੀ ਦੀ ਇੱਛਾ ਹੈ ਗਸ਼ੋ ਸਵੰਦ ਸਰੀਰਾ। ਤੋ ਮਹਾਰਾਜ ਜਿੱਧਰ ਨੂੰ ਤੁਹਾਡੀ ਇੱਛਾ ਹੈ ਆਪ ਕਿਰਪਾ ਕਰੋ ਤੇ ਉਧਰ ਹੀ ਚਲੋ ਮਹਾਰਾਜ, ਮੈਂ ਤਾਂ ਤੁਹਾਡੇ ਮਗਰ ਚੱਲੂੰਗਾ। ਅੱਗੇ ਤਾ ਪਾਸ਼ਾ ਹੋ ਲੀਨ ਕੀਲ ਹਾਂ। ਤੋ ਮਹਾਰਾਜ ਅੱਗੇ ਅੱਗੇ ਤੁਸੀਂ ਚੱਲੋ, ਤੁਹਾਡੇ ਪਿੱਛੇ ਪਿੱਛੇ ਮੈਂ ਤੁਰਿਆ ਚੱਲੂੰਗਾ ਜੀ। ਪ੍ਰਭ ਗੁਨੀ ਗਹੀਰਾ। ਇਹ ਮੇਰੇ ਸਤਿਗੁਰੂ ਜੀ ਤੁਸੀਂ ਗੁਣਾਂ ਦੇ ਖਜ਼ਾਨੇ ਹੋ ਸਤਿਗੁਰੂ ਜੀ। ਜਗ ਗੁਰ ਕਹਾ ਏਮਨਾਵਾਦ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਏਮਨਾਬਾਦ ਇੱਕ ਨਗਰ ਹੈ। ਇਕ ਨਗਰ ਔਰ ਲਖੀਏ। ਜਾਣ ਲਓ ਮਨ ਦੇ ਵਿੱਚ ਕਿ ਇੱਕ ਨਗਰ ਸ਼ਹਿਰ ਹੈ ਏਮਨਾਬਾਦ। ਪਹਿਲਾ ਨਾਮ ਇਸ ਦਾ ਸੈਦਪੁਰ ਸੰਢਿਆਲੀ ਵੀ ਹੈ। ਤਖਾਨ ਇਕ ਲਾਲੋ ਬਸਈ। ਉੱਥੇ ਇੱਕ ਤਰਖਾਣ ਹੈ ਲੱਕੜੀ ਦਾ ਕੰਮ ਕਰਨ ਵਾਲਾ, ਭਾਈ ਲਾਲੋ ਉਸ ਦਾ ਨਾਮ ਹੈ, ਉੱਥੇ ਵਸਦਾ ਹੈ। ਚਲਾ ਪ੍ਰਾਕਤ ਪਿਖੇ। ਚਲੋ ਕਹਿੰਦੇ ਜਾ ਕਰਕੇ ਉਸ ਦਿਨ ਤਾਈਂ ਵੇਖਦੇ ਤੱਕਦੇ ਹਾਂ। ਇਹ ਬਦ ਕਹਿ ਕਰ ਕਮਲ ਬਦਨ ਤੇ। ਇਉਂ ਬਚਨ ਕਹਿ ਕਰਕੇ ਕਮਲ ਸ੍ਰੀ ਦੇ ਮੁਖ ਤੋਂ ਧੰਨ ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਸੋ ਮਰਦਾਨੇ ਨੇ ਪੁੱਛਿਆ ਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੱਸਦੇ ਨੇ
ਵੀ ਏਮਨਾਬਾਦ ਨਗਰ ਹੈ ਔਰ ਉੱਥੇ ਇੱਕ ਭਾਈ ਲਾਲੋ ਜੀ ਤਰਖਾਣ ਰਹਿੰਦਾ ਹੈ। ਤੋ ਆਪਾਂ ਕਹਿੰਦੇ ਜਾ ਕਰਕੇ ਉਹਦੇ ਕੋਲ ਪਹੁੰਚਣਾ ਹੈ। ਉਹਦੇ ਕੋਲ ਪਹੁੰਚ ਕਰਕੇ ਆਪਾਂ ਸੋ ਇਸ ਪ੍ਰਕਾਰ ਆਪਣਾ ਕਾਰਜ ਸ਼ੁਰੂ ਕਰਦੇ ਹਾਂ। ਮੰਦ ਮੰਦ ਗਤ ਜਾਏ। ਹੌਲੀ ਹੌਲੀ ਮੇਰੇ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਤੁਰੇ ਜਾ ਰਹੇ ਹਨ ਜੀ। ਪਦਵੀ ਮੈਂ ਪਦ ਪੰਕਜ ਸੁੰਦਰ। ਧੰਨ ਮੇਰੇ ਸਤਿਗੁਰੂ ਜੀ ਦੇ ਸੋਹਣੇ ਸੁੰਦਰ ਜੋ ਚਰਨ ਕਮਲ ਹਨ, ਉਹਨਾਂ ਨਾਲ ਰਸਤੇ ਵਿੱਚ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਸਾਹਿਬ ਜੀ ਤੋਂ ਆਪਣੀ ਪਹਿਲੀ ਯਾਤਰਾ ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਗੁਰੂ ਸਾਹਿਬ ਸ਼ੁਰੂ ਕਰਦੇ ਹਨ। ਤੇ ਸਭ ਤੋਂ ਪਹਿਲਾਂ ਮੇਰੇ ਗੁਰੂ ਸਾਹਿਬ ਨੇ ਚੋਣ ਕੀਤੀ ਭਾਈ ਲਾਲੋ ਜੀ ਦੇ ਘਰ ਪਹੁੰਚਣ ਦੀ। ਦਾਸ ਹਿਰਦੇ ਜੋ ਬਸਾਏ। ਤੋ ਜਿਹੜੇ ਸੇਵਕ ਹਿਰਦੇ ਵਿੱਚ ਗੁਰੂ ਸਾਹਿਬ ਨੂੰ ਯਾਦ ਕਰਦੇ ਹਨ। ਬਾਸਰ 10 ਸਪਤਮ ਮਹਿ ਪਹੁੰਚੇ ਨਗਰ ਏਮਨਾਬਾਦ। ਏਮਨਾਬਾਦ ਨਗਰੀ ਵਿੱਚ 10 ਤੇ 7 17 ਦਿਨਾਂ ਵਿੱਚ ਮੇਰੇ ਗੁਰੂ ਸਾਹਿਬ ਜੀ ਤੁਰ ਕੇ ਪਹੁੰਚੇ ਹਨ। ਗਏ ਸਦਨ ਤੇ ਦੋਖ ਨਿਕੰਦਨ। ਦੋਸ਼ਾਂ ਦੇ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ ਹਨ। ਤੋ ਠੀਕ ਹੈ ਸਾਧ ਸੰਗਤ, ਇਤਿਹਾਸ ਜਿਤਨਾ ਕੁ ਲਿਖਤ ਵਿੱਚ ਆ ਗਿਆ, ਪਰ ਜੋ ਗੁਰੂ ਸਾਹਿਬ ਜੀ ਸੁਲਤਾਨਪੁਰ ਸਾਹਿਬ ਤੋਂ ਚੱਲੇ ਨੇ ਤੇ 17 ਦਿਨਾਂ ਵਿੱਚ ਪਹੁੰਚੇ ਨੇ, ਅਕਸਰ 17 ਰਾਤਾਂ ਦਾ ਕਿਤੇ ਨਾ ਕਿਤੇ ਰਾਹ ਵਿੱਚ ਮਹਾਰਾਜ ਨੇ ਪੜਾਅ ਕੀਤੇ ਹੀ ਹਨ। ਜਿੱਥੇ ਵੀ ਗੁਰੂ ਸਾਹਿਬ ਨੇ ਪੜਾਅ ਕੀਤਾ ਹੈ ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਰੂਰ ਭੋਜਨ ਪ੍ਰਸ਼ਾਦ ਵੀ ਛਕਿਆ, ਕੋਈ ਸੰਗਤਾਂ ਦਾ ਮੇਲ ਮਿਲਾਪ ਵੀ ਹੋਇਆ, ਮੇਰੇ ਗੁਰੂ ਸਾਹਿਬ ਨੇ ਬਖਸ਼ਿਸ਼ਾਂ ਵੀ ਕੀਤੀਆਂ ਨੇ। ਇਸ ਵਾਸਤੇ ਜਿਤਨਾ ਮੁੱਖ ਇਤਿਹਾਸ ਜ਼ਿਕਰ ਵਿੱਚ ਆਇਆ ਹੈ ਉਹ ਤਾਂ ਲਿਖਤ ਵਿੱਚ ਆ ਗਿਆ ਹੈ। ਬਹੁਤ ਸਾਰਾ ਸਾਡਾ ਇਤਿਹਾਸ ਸਤਿਗੁਰਾਂ ਦੇ ਜਿਹੜਾ ਹੈ ਉਹ ਬਿਨਾਂ ਲਿਖਤ ਤੋਂ ਵੀ ਹੈ। ਇਸ ਵਾਸਤੇ ਕਹਿੰਦੇ 17 ਦਿਨ ਲੱਗ ਗਏ ਗੁਰੂ ਪਾਤਸ਼ਾਹ ਜੀ ਸੁਲਤਾਨਪੁਰ ਸਾਹਿਬ ਤੋਂ ਚੱਲ ਕੇ ਇਹ ਸੈਦਪੁਰ ਸੰਢਿਆਲੀ ਏਮਨਾਬਾਦ ਨਗਰੀ ਵਿੱਚ ਪਹੁੰਚੇ ਹਨ। ਗਏ ਸਦਨ ਤਿਹ ਦੋਖ ਨਿਕੰਦਨ। ਉਸ ਭਾਈ ਲਾਲੋ ਜੀ ਦੇ ਘਰ ਵਿੱਚ ਦੋਸ਼ਾਂ ਨੂੰ ਕੱਟਣ ਵਾਲੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਪਹੁੰਚ ਗਏ। ਸੇਵਕ ਦਾ ਅਹਿਲਾਦੂ। ਆਪਣੇ ਸੇਵਕਾਂ ਨੂੰ ਆਨੰਦ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਪਹੁੰਚੇ ਹਨ। ਹੇਰ ਮੁਖਾਰ ਬਿੰਦ ਭਾ ਠਾਂਡੋ। ਤਾਂ ਗੁਰੂ ਸਾਹਿਬ ਜੀ ਦੇ ਚਿਹਰੇ ਦਾ ਦਰਸ਼ਨ ਕਰਕੇ ਭਾਈ ਲਾਲੋ ਉੱਠ ਕੇ ਖੜਾ ਹੋ ਗਿਆ। ਪਦ ਬੰਦਨ ਕਰ ਬੰਦੇ। ਤੇ ਉਸ ਨੇ ਪਹਿਲੀ ਵਾਰੀ ਦਰਸ਼ਨ ਕੀਤਾ ਹੈ, ਪਰ ਮੇਰੇ ਧੰਨ ਗੁਰੂ ਨਾਨਕ ਮਹਾਰਾਜ ਦਾ ਪ੍ਰਭਾਵ ਇਤਨਾ ਹੈ। ਭਾਈ ਲਾਲੋ ਜੀ ਸੋ ਇਸ ਪ੍ਰਕਾਰ ਨੇਕ ਪੁਰਸ਼ ਸੀ, ਇਹਨੇ ਉੱਠ ਕੇ ਦਰਸ਼ਨ ਕਰਕੇ ਸਤਿਕਾਰ ਕੀਤਾ, ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਦਰਸ ਬਲੋਕਤ ਸ਼ਾਂਤ ਭਈ ਮਨ। ਤੇ ਸਤਿਗੁਰੂ ਨਾਨਕ ਸਾਹਿਬ ਦਾ ਦਰਸ਼ਨ ਕਰਨ ਦੇ ਨਾਲ ਭਾਈ ਲਾਲੋ ਜੀ ਦਾ ਚਿੱਤ ਜਿਹੜਾ ਸੀ ਉਹ ਸ਼ਾਂਤ ਹੋ ਗਿਆ, ਠੰਡ ਪੈ ਗਈ, ਆਨੰਦ ਆ ਗਿਆ ਹੈ ਮਨ ਵਿੱਚ। ਲਾਲੋ ਹਿਰਦੇ ਆਨੰਦੇ। ਭਾਈ ਲਾਲੋ ਜੀ ਹਿਰਦੇ ਕਰਕੇ ਆਨੰਦ ਹੋ ਗਿਆ, ਦਰਸ਼ਨ ਕਰਕੇ ਹੀ। ਸੋ ਭਾਈ ਗੁਰਦਾਸ ਸਾਹਿਬ ਨੇ ਇਸੇ ਵਾਸਤੇ ਗੁਰੂ ਸਾਹਿਬ ਦੇ ਦਰਸ਼ਨਾਂ ਦਾ ਪ੍ਰਤਾਪ ਇਉਂ ਵਰਣਨ ਕੀਤਾ ਹੈ। ਕਹਿੰਦੇ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਐਸੇ ਦੁਰਲਭ ਨੇ। ਸਾਧ ਸੰਗਤ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਜਿਸ ਤਰ੍ਹਾਂ ਭਾਈ ਲਾਲੋ ਜੀ ਨੂੰ ਜਾ ਕੇ ਦਰਸ਼ਨ ਬਖਸ਼ੇ ਨੇ, ਹੁਣ ਵੀ ਸ਼ਰਧਾਵਾਨ ਆਪਣੇ ਪਿਆਰਿਆਂ ਨੂੰ ਦਰਸ਼ਨ ਬਖਸ਼ਿਸ਼ ਕਰਦੇ ਹਨ। ਇੱਕ ਸਾਡੇ ਮਾਤਾ ਜੀ, ਉਹ ਸਾਡੇ ਟਕਸਾਲ ਦੇ ਮਹਾਂਪੁਰਖਾਂ ਦੇ ਮਹਾਨ ਸੇਵਕ ਹੋਏ, ਬੜੀ ਭਜਨ ਬੰਦਗੀ ਵਾਲੇ ਸਨ, ਬੋਪਾ ਰਾਏ ਨਗਰ ਸੀ। ਤੋ ਉਹਨਾਂ ਨਾਲ ਬਚਨ ਹੋਇਆ, ਕਹਿਣ ਲੱਗੇ ਮੈਂ ਐਦਾਂ, ਉਹਨਾਂ ਦਾ ਗੇਟ ਸੀ ਤੇ ਨਾਲ ਹੀ ਬੈਠਕ ਸੀ, ਕਹਿੰਦੇ ਉੱਥੇ ਬੈਠ ਕਰਕੇ ਮੈਂ ਸੋ ਗੁਟਕਾ ਫੜਿਆ, ਨਿਤਨੇਮ ਕਰਦੀ ਸੀ ਤੇ ਉੱਪਰ ਚੁਬਾਰਾ ਸੀ, ਚੁਬਾਰੇ ਚੋਂ ਖੜਕਾ ਹੋਇਆ ਵੀ ਕੋਈ ਆ ਰਿਹਾ ਹੈ। ਤੇ ਕਹਿੰਦੇ ਮੈਂ ਬਸ ਇਹ ਦੇਖਦੀ ਸੀ ਤੇ ਝੱਟ ਕਹਿੰਦੇ ਨੇ ਗੁਰੂ ਸਾਹਿਬ ਜੀ ਆ ਗਏ ਤੇ ਮਗਰ ਬਾਬਾ ਗੁਰਬਚਨ ਸਿੰਘ ਖਾਲਸਾ ਜੀ, ਕਹਿੰਦੇ ਉਹ ਆ ਗਏ ਜਿਸ ਵੇਲੇ। ਤੇ ਕਹਿੰਦੇ ਮੈਂ ਉੱਠ ਕੇ ਤੇ ਦਰਸ਼ਨ ਕੀਤਾ ਤੇ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਕਹਿੰਦੇ ਵੀ ਇਹੋ ਜਿਹਾ ਪ੍ਰਤਾਪ ਭਾਈ ਮੇਰੇ ਕੋਲੋਂ ਕੁਛ ਬੋਲ ਨਹੀਂ ਸਕੀ, ਮਹਾਂਪੁਰਖ ਸਤਿਗੁਰਾਂ ਦੇ ਮੂਹਰੇ ਕੁਛ ਕਹਿ ਨਹੀਂ ਸਕੀ। ਦਰਸ਼ਨ ਕੀਤਾ, ਗੁਰੂ ਮਹਾਰਾਜ ਜੀ ਬਖਸ਼ਿਸ਼ ਕੀਤੀ ਤੇ ਕਹਿੰਦੇ ਚੰਗਾ ਅਸੀਂ ਚੱਲਦੇ ਆ। ਕਹਿੰਦੇ ਇਉਂ ਬਚਨ ਕਰਕੇ ਤੇ ਇਉਂ ਨਿਕਲ ਕੇ ਦਰਵਾਜ਼ੇ ਗੇਟ ਤੋਂ ਬਾਹਰ ਹੋ ਕੇ ਤੇ ਅਲੋਪ ਹੋ ਗਏ। ਤੇ ਕਹਿੰਦੇ ਫਿਰ ਮੱਥੇ ਨੂੰ ਹੱਥ ਮਾਰਿਆ, ਹਾਂ ਮੈਂ ਤੇ ਮਹਾਰਾਜ ਸਤਿਗੁਰੂ ਜੀ ਆਏ ਤੇ ਮੈਂ ਇਹ ਵੀ ਨਹੀਂ ਕਹਿ ਸਕੀ ਮਹਾਰਾਜ ਮੈਂ ਜਲ ਪਾਣੀ ਛਕਾਵਾਂ ਤੁਹਾਨੂੰ। ਮਹਾਂਪੁਰਖ ਨਾਲ ਸੀ, ਉੱਦਾਂ ਹਰੇਕ ਕਦੇ ਵੀ ਕਿਸੇ ਗੁਰਸਿੱਖ ਨੂੰ ਘਰੋਂ ਖਾਲੀ ਨਹੀਂ ਸੀ ਜਾਣ ਦਿੰਦੇ, ਜਲ ਪਾਣੀ ਛਕੇ ਪ੍ਰਸ਼ਾਦਾ ਛਕੇ ਬਿਨਾਂ। ਕਹਿੰਦੇ ਮੈਨੂੰ ਸ਼ੁੱਧ ਹੀ ਨਹੀਂ ਆਈ,
ਪੁੱਛਿਆ ਮਾਤਾ ਜੀ ਵੀ ਤੁਸੀਂ ਤਾਂ ਇੰਨੇ ਸੇਵਕ ਤੇ ਤੁਸੀਂ, ਕਹਿੰਦੇ ਬਸ ਉਸ ਵੇਲੇ ਕਦੇ ਪਤਾ ਹੀ ਨਹੀਂ ਲੱਗਾ। ਬਸ ਇਹ ਮਹਾਰਾਜ ਦਾ ਪ੍ਰਤਾਪ ਹੁੰਦਾ ਸਾਧ ਸੰਗਤ ਜੀ, ਬੰਦਗੀ ਵਾਲੇ ਮਹਾਂਪੁਰਸ਼ਾਂ ਦਾ, ਸਤਿਗੁਰਾਂ ਦਾ ਪ੍ਰਤਾਪ। ਤੋ ਕਹਿੰਦੇ ਨੇ ਤੋ ਜਿਸ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਭਾਈ ਲਾਲੋ ਜੀ ਖੜੇ ਹੋਏ ਨੇ, ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਨਮਸਕਾਰ ਕਰਦਿਆਂ ਸਾਰ ਸੋ ਦਰਸ਼ਨ ਕਰਕੇ ਇਸ ਦਾ ਚਿੱਤ ਸ਼ਾਂਤ ਹੋ ਗਿਆ, ਚਿੱਤ ਵਿੱਚ ਆਨੰਦ ਹੋ ਗਿਆ ਹੈ। ਮਨ ਲਾਲੋ ਹਿਰਦੇ ਆਨੰਦੇ। ਭਾਈ ਲਾਲੋ ਦੇ ਮਨ ਵਿੱਚ ਆਨੰਦ ਭਾਵ ਹੈ ਕਿ ਇੱਕ ਖੇੜਾ ਜਿਹਾ ਆ ਗਿਆ ਹੈ, ਬੜਾ ਆਨੰਦ, ਬੜੀ ਖੁਸ਼ੀ ਹੋਈ ਹੈ। ਚਿਤ ਕਰਤਾਰ ਨਿਤ ਹੋਵੇ ਤੋ ਕੋ। ਤੇ ਗੁਰੂ ਸਾਹਿਬ ਨੇ ਬਚਨ ਕੀਤਾ, ਭਾਈ ਲਾਲੋ ਤੈਨੂੰ ਨਿਤ ਕਰਤਾਰ ਚੇਤੇ ਆਵੇ। ਇਹ ਗੁਰੂ ਨਾਨਕ ਦਾ ਬੋਲਾ ਸੀ ਵੀ ਤੈਨੂੰ ਵਾਹਿਗੁਰੂ ਦਾ ਸਿਮਰਨ ਚੇਤੇ ਰਵੇ ਹਰ ਵੇਲੇ। ਬੈਸ ਕਿਰਤ ਕੋ ਕਰੀਏ। ਹਜੂਰ ਕਹਿੰਦੇ ਬੈਠੋ ਤੁਸੀਂ ਆਪਣਾ ਕੰਮ ਕਰੋ। ਇਹ ਆਪਣਾ ਲੱਕੜ ਦਾ ਕੰਮ ਕਰ ਰਹੇ ਸਨ, ਜੋ ਵੀ ਲੱਕੜੀ ਦਾ ਕੰਮ ਸੀ। ਤੋ ਕਹਿੰਦੇ ਤੁਸੀਂ ਬੈਠੀ ਆਪਣੀ ਕਿਰਤ ਕਰੋ ਜੀ। ਬੂਝਤ ਲਾਲੋ ਆਏ ਕਿਤ ਤੇ। ਭਾਈ ਲਾਲੋ ਜੀ ਪੁੱਛਦੇ ਨੇ ਮਹਾਰਾਜ ਜੀ ਤੁਸੀਂ ਕਿੱਥੋਂ ਆਏ ਹੋ? ਕਰਨਾ ਸਦਨ ਉਚਾਰੀਏ। ਮਤੋ ਕਿਰਪਾ ਦੇ ਘਰ ਹੋ ਆਪ ਜੀ, ਤਾਂ ਮਿਹਰ ਕਰਕੇ ਉਚਾਰਨ ਕਰਕੇ ਦੱਸੋ ਮਹਾਰਾਜ ਕਿੱਥੋਂ ਆਏ ਆਪ ਜੀ? ਬੇਸ ਅਪੂਰਬ ਰੂਪ ਅਨੂਪਮ। ਤੁਹਾਡਾ ਰੂਪ ਬੜਾ ਉਪਮਾ ਤੋਂ ਰਹਿਤ ਅਸਚਰਜ ਹੈ। ਜਿਹੜਾ ਤੁਸੀਂ ਸਰੀਰ ਤੇ ਵੇਸ਼ ਪਾਇਆ ਹੈ, ਜਿਹੋ ਜਿਹਾ ਭੇਖ ਬਣਾਇਆ, ਆਪਣਾ ਵਸਤਰ ਧਾਰਨ ਕੀਤੇ ਨੇ, ਇਹ ਮਹਾਰਾਜ ਅਸਚਰਜ ਹਨ, ਅਲੱਗ ਨੇ। ਇਸ ਵਾਸਤੇ ਮਹਾਰਾਜ ਜਾਣਕਾਰੀ ਦੱਸੋ। ਮਦਰ ਮੁਖਰ ਗਤ ਦੇਨਾ। ਇਹ ਮਹਾਰਾਜ ਤੇ ਮੁਖ ਤੋਂ ਬੜੇ ਮਿੱਠੇ ਬਚਨ ਬੋਲਣ ਵਾਲੇ, ਮੁਕਤੀ ਦੇਣ ਵਾਲੇ, ਸੁਖ ਦੇਣ ਵਾਲੇ ਬਚਨ ਬੋਲਣ ਵਾਲੇ ਜੀ ਕਿੱਥੋਂ ਆਏ ਹੋ? ਚੀਤ ਨਿਰੰਤਰ ਪ੍ਰੀਤ ਵਧੀ ਮੁਝ। ਕਿਉਂਕਿ ਮਹਾਰਾਜ ਤੁਹਾਡਾ ਦਰਸ਼ਨ ਕਰਕੇ ਮੇਰੇ ਚਿੱਤ ਦੇ ਅੰਦਰ ਤੁਹਾਡੀ ਪ੍ਰੀਤ ਵੱਧ ਗਈ, ਮੇਰੇ ਅੰਦਰ ਆਪਣੇ ਆਪ ਹੀ ਪ੍ਰੇਮ ਦਾ ਉਛਾਲਾ ਆਇਆ ਹੈ। ਮੈਂ ਜਾਣਨਾ ਚਾਹੁੰਦਾ ਹਾਂ ਆਪ ਜੀ ਬਾਰੇ। ਫੇਰਤ ਹੋਵਤ ਚੈਨਾ। ਤੇ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੇਰੇ ਮਨ ਨੂੰ ਚੈਨ ਆ ਗਿਆ, ਸ਼ਾਂਤੀ ਆ ਗਈ ਹੈ। ਕਹਿ ਨਾਨਕ ਪਰਦੇਸੀ ਹਮ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਸੀਂ ਭਾਈ ਪਰਦੇਸੀ ਲੋਕ ਹੀ ਹਾਂ। ਨਹੀਂ ਨਿਕੇਤਨ ਨੇਰੈ। ਸਾਡਾ ਘਰ ਨੇੜੇ ਨਹੀਂ, ਦੂਰ ਬਹੁਤ ਹੈ। ਲਖੋ ਬੇਸ ਦਰਵੇਸ ਹਮਾਰੋ। ਬਾਕੀ ਜਿਹੜਾ ਸਾਡਾ ਇਹ ਬੇਸ ਭੇਖ ਬਣਾਇਆ, ਇਹ ਜਾਣ ਦਾ ਫਕੀਰ ਹਾਂ ਅਸੀਂ, ਫਕੀਰੀ ਭੇਸ ਹੈ ਸਾਡਾ। ਦੇਸ ਵਿਦੇਸ ਨਹੇਰੈ। ਤੇ ਬਸ ਸਾਡੀ ਇੱਛਾ ਹੈ ਵੀ ਦੇਸਾਂ ਤੇ ਪ੍ਰਦੇਸ਼ਾਂ ਨੂੰ ਵੇਖਣਾ ਅਸੀਂ। ਤੋ ਵੇਖਣ ਦਾ ਭਾਵ ਇਉਂ ਹੁੰਦਾ ਹੈ, ਜਿਸ ਤਰ੍ਹਾਂ ਕਿਸਾਨ ਜਿਹੜਾ ਹੈ ਜਾਂ ਕੋਈ ਵੀ ਕਾਰੋਬਾਰ ਕਰਨ ਵਾਲਾ ਬੰਦਾ ਜੋ ਵੀ ਕਾਰੋਬਾਰ ਕਰਦਾ ਹੈ, ਕਿਸਾਨ ਖੇਤੀ ਬੀਜਦਾ ਹੈ, ਤੇ ਜੇ ਕੋਈ ਪੁੱਛੇ ਕਿੱਧਰ ਚੱਲਿਆ, ਮੈਂ ਖੇਤੀ ਦੇਖਣ ਚੱਲਿਆ। ਦੇਖਣ ਤੋਂ ਭਾਵ ਹੁੰਦਾ ਮੈਂ ਸੰਭਾਲਣਾ ਹੈ, ਸੰਭਾਲ ਕਰਨੀ ਖੇਤੀ ਦੀ। ਗੁਰੂ ਸਾਹਿਬ ਦੇਸਾਂ ਵਿਦੇਸ਼ਾਂ ਨੂੰ ਦੇਖਣਾ ਹੈ ਤਾਂ ਭਾਵ ਸਭ ਦੀ ਸੰਭਾਲ ਕਰਨੀ ਹੈ। ਇਹ ਕਲਯੁੱਗ ਦੇ ਜੀਵ ਮਾੜੇ ਕਰਮ ਕਰਕੇ ਨਰਕਾਂ ਵਿੱਚ ਪਈ ਜਾਂਦੇ ਹਨ, ਸੰਭਾਲ ਕਰਨੀ ਇਹਨਾਂ ਦੀ, ਬਚਾਉਣਾ ਹੈ। ਦਰਸ਼ਨ ਪਰਸਤ ਮਿਟਤ ਕੋ ਲਖ। ਤੋ ਕਹਿੰਦੇ ਨੇ ਤੋ ਦਰਸ਼ਨ ਕਰਕੇ ਹੀ ਮਹਾਰਾਜ ਕਲੁਖ ਜਿਹੜੇ ਪਾਪ ਹਨ ਮਿਟ ਜਾਂਦੇ ਹਨ। ਸੁਭ ਬਦਨ ਬਿਰਾਜ ਹੈ। ਸੋਹਣਾ ਮਹਾਰਾਜ ਤੁਹਾਡਾ ਮੁਖੜਾ ਜਿਹੜਾ ਸੁੰਦਰ ਬਿਰਾਜਮਾਨ ਪ੍ਰਕਾਸ਼ ਵਾਲਾ ਹੈ। ਜਨਮ ਮਰਨ ਭਵ ਮਦ ਨਸ਼ਟ ਕਰ। ਜਨਮ ਤੇ ਮਰਨ ਸੰਸਾਰ ਦੇ ਵਿੱਚ ਜੋ ਜੀਵਾਂ ਦੇ ਹਨ ਉਹਨਾਂ ਨੂੰ ਦੂਰ ਕਰਕੇ ਕਰ ਤਮ ਤਨ ਸਾਜ ਹੈ। ਤੋ ਮਹਾਰਾਜ ਜੀ ਦਾ ਆ ਸਰੂਪ ਜਿਹੜਾ ਹੈ ਸੁੰਦਰ, ਸੋ ਹਨੇਰੇ ਆਦਿਕ ਨੂੰ ਦੂਰ ਕਰਕੇ ਮੇਰੇ ਸਤਿਗੁਰੂ ਦਾ ਸਰੂਪ ਸੱਜ ਰਿਹਾ ਹੈ। ਹਮ ਸਮ ਨਰ ਅਗ ਕਰਤ। ਸਾਡੇ ਵਰਗੇ ਲੋਕ ਕਹਿੰਦੇ ਮਹਾਰਾਜ ਪਾਪ ਕਰਦੇ ਹਨ। ਤਿਨ ਹੈ ਅਪਵਰਗ ਉਧਾਰ ਹੈ। ਤੁਸੀਂ ਮਹਾਰਾਜ ਉਹਨਾਂ ਨੂੰ ਅਪਵਰਗ ਮਨ ਮੁਕਤੀ ਦੇਣ ਵਾਸਤੇ ਆਪ ਜੀ ਕਿਰਪਾ ਕੀਤੀ ਹੈ। ਉਪਜਦ ਸੁਖ ਔਰ ਮਦ ਸੁਨਤ। ਤੋ ਮਹਾਰਾਜ ਤੁਹਾਡੇ ਬਚਨ ਸੁਣ ਕੇ ਹਿਰਦੇ ਵਿੱਚ ਸੁਖ ਪੈਦਾ ਹੁੰਦਾ ਹੈ। ਹਉ ਬਚਨ ਤਿਹਾਰ ਹੈ। ਮਹਾਰਾਜ ਇਸ ਪ੍ਰਕਾਰ ਸੁੰਦਰ ਆਪਣਾ ਬਚਨ ਮੈਨੂੰ ਦੱਸੋ ਜੀ। ਸੁਖ ਕੰਦ ਮੁਕੰਦ ਸੋ ਸੰਤ ਹੋ। ਮਹਾਰਾਜ ਤੁਸੀਂ ਸੁਖਾਂ ਦੇ ਦਾਤੇ, ਮੁਕਤੀ ਦੇ ਦਾਤੇ, ਸੰਤ ਰੂਪ ਹੋ ਸਤਿਗੁਰੂ ਜੀ। ਨਾਮ ਉਚਾਰਨ ਨਿਜ ਕਰੋ। ਕਿਰਪਾ ਕਰਕੇ ਆਪਣਾ ਨਾਮ ਮੈਨੂੰ ਦੱਸੋ ਜੀ। ਤੁਮ ਚਰਨ ਸ਼ਰਨ ਮਨ ਪਰਨ ਮਮ ਕਰਨਾ ਕਰ। ਕਿਰਪਾ ਕਰੋ ਮਹਾਰਾਜ ਮੇਰਾ ਮਨ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਪਿਆ ਹੈ ਜੀ। ਕਰਨਾ ਢਰੋ। ਮਹਾਰਾਜ ਕਿਰਪਾ ਦੇ ਵਿੱਚ ਢਲੋ, ਭਾਵ ਮੇਰੇ ਤੇ ਕਿਰਪਾ ਕਰੋ ਜੀ। ਦੋਹਰਾ ਬੋਲੇ ਸ੍ਰੀ ਮੁਖ ਸੋ ਬਚਨ। ਧੰਨ ਸਤਿਗੁਰੂ
ਪਾਤਸ਼ਾਹ ਸੁਭਾਏਮਨ ਮੁਖ ਤੋਂ ਬਚਨ ਉਚਾਰਨ ਕਰਕੇ ਕਹਿੰਦੇ ਦੱਸਦੇ ਹਨ। ਜਾਨ ਜਾਹੋਗੇ ਆਪ, ਹਜੂਰ ਕਹਿੰਦੇ ਨੇ ਭਾਈ ਲਾਲੋ ਤੂੰ ਆਪੇ ਹੀ ਜਾਣ ਜਾਏਗਾ ਅਸੀਂ ਕੌਣ ਹਾਂ। ਅਬ ਬੈਸੋ ਕ੍ਰਿਤ ਕੋ ਕਰੋ। ਹੁਣ ਬੈਠੋ ਤੁਸੀਂ ਆਪਣਾ ਕੰਮ ਜੋ ਕਰ ਰਹੇ ਹੋ, ਸੋ ਇਸ ਪ੍ਰਕਾਰ ਆਪਣੀ ਦੁਕਾਨ ਤੇ ਬੈਠ ਕਰਕੇ ਲੱਕੜੀ ਦਾ ਕੰਮ ਆਪਣਾ ਕਰੋ। ਹਰ ਹਰ ਜਪੀਏ ਜਾਪ, ਪਰਮੇਸ਼ਰ ਵਾਹਿਗੁਰੂ ਦੁੱਖਾਂ ਦੇ ਹਾਰਕ ਹਰੀ ਵਾਹਿਗੁਰੂ ਜੀ ਦਾ ਸਿਮਰਨ ਕਰੋ। ਦਵਈਆ ਛੰਦ ਪ੍ਰਗਟਿਓ ਤਪਾ ਏਕ ਸ੍ਰੀ ਨਾਨਕ। ਹੁਣ ਭਾਈ ਲਾਲੋ ਜੀ ਕਹਿੰਦਾ ਭਈ ਮਹਾਰਾਜ ਮੈਂ ਸੁਣਿਆ ਹੈ ਇੱਕ ਮਹਾਨ ਤਪਸਵੀ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਹਨ। ਨਾਨਕ ਭਾਸਤ ਹੋ ਤੁਮ ਸੋ। ਤੇ ਮਹਾਰਾਜ ਤੇ ਨਾਨਕ ਉਹਨਾਂ ਦਾ ਨਾਮ ਹੈ। ਮੈਨੂੰ ਸ਼ੱਕ ਪੈਂਦਾ ਕਿਤੇ ਤੁਸੀਂ ਗੁਰੂ ਨਾਨਕ ਤੇ ਨਹੀਂ। ਗੁਰੂ ਸਾਹਿਬ ਨੇ ਕਿਹਾ ਤੂੰ ਆਪੇ ਜਾਣ ਜਾਏਗਾ, ਤੇ ਹੁਣ ਆਪ ਦੱਸਦਾ ਹੈ ਲਾਲੋ ਨਹਿ ਸਮਾਨ ਰਾਵਰ ਕੋ ਦਿਸ ਹੈ। ਕਿਉਂਕਿ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਤੁਹਾਡੇ ਵਰਗਾ ਦੂਸਰਾ ਕੋਈ ਹੋਰ ਦਿਸਦਾ ਹੀ ਨਹੀਂ, ਇਸ ਲਈ ਭੁਲੇਖੇ ਦੀ ਗੱਲ ਹੀ ਨਹੀਂ ਹੈ। ਮੈਨੂੰ ਜਾਪਦਾ ਤੁਸੀਂ ਗੁਰੂ ਨਾਨਕ ਸਾਹਿਬ ਹੋ। ਖੋਜੋ 10 ਦਿਸ ਜੋ। ਇਹ ਭਾਵੇਂ 10 ਦਿਸ਼ਾਂ ਦੇ ਵਿੱਚ ਅਸੀਂ ਸੋ ਲੱਭੀਏ, ਸਾਹਿਬ ਗੁਰੂ ਨਾਨਕ ਸਾਹਿਬ ਤੁਹਾਡੇ ਵਰਗਾ ਦੂਸਰਾ ਕੋਈ ਨਹੀਂ ਮੈਂ ਸੁਣਿਆ ਹੈ ਐਸਾ। ਤਦਪ ਭੀ ਤੁਮਰੇ ਬਿਨ ਭਾਖੇ। ਪਰ ਫਿਰ ਵੀ ਮਹਾਰਾਜ ਜਦੋਂ ਤੱਕ ਆਪ ਜੀ ਮੂੰਹ ਤੋਂ ਦੱਸਦੇ ਨਹੀਂ ਮੈਨੂੰ, ਨਹਿ ਆਵਤ ਪ੍ਰਤੀਤੂ। ਉਦੋਂ ਤੱਕ ਭਰੋਸਾ ਨਹੀਂ ਆਉਂਦਾ ਗਰੀਬ ਨਵਾਜ ਚਿੱਤ ਦੇ ਵਿੱਚ। ਲੱਗਦਾ ਹੈ ਮੈਨੂੰ ਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਹੋ। ਕਹਿ ਮਰਦਾਨਾ ਜਾਨੋ ਸੋ। ਮਰਦਾਨਾ ਕਹਿੰਦਾ ਫਿਰ ਲਾਲੋ ਜੀ ਜਾਣ ਲਓ ਇਹ ਗੁਰੂ ਨਾਨਕ ਸਾਹਿਬ ਜੀ ਹੀ ਹਨ। ਰਾਖੋ ਸ਼ਰਦਾ ਚੀਤੂ। ਚਿੱਤ ਵਿੱਚ ਸ਼ਰਧਾ ਰੱਖੋ ਜੀ। ਸ਼ੰਕਰ ਛੰਦ ਸੁਨ ਕਰ ਕਹਿਤ ਭਇਓ ਬਚ ਲਾਲੋ। ਤੇ ਸੁਣ ਕੇ ਤੋ ਭਾਈ ਲਾਲੋ ਜੀ ਨੇ ਬਚਨ ਕੀਤਾ ਹੈ। ਕੌਣ ਵਰਨ ਤਮ ਤਬ ਨਾਮ। ਤੇ ਭਾਈ ਤੁਸੀਂ ਦੱਸੋ ਤੁਹਾਡਾ ਵਰਣ ਕੀ ਹੈ, ਜਾਤੀ ਕੀ ਹੈ, ਤੁਹਾਡਾ ਨਾਮ ਕੀ ਹੈ। ਸਰਬ ਬਿਰਤਾਂਤ ਜਨਾਵਹੁ ਆਪਣਾ। ਸਾਰਾ ਆਪਣਾ ਪ੍ਰਸੰਗ ਜੋ ਹੈ ਮੈਨੂੰ ਦੱਸੋ ਜਣਾਓ ਜੀ। ਕਿਹ ਅਸਥਾਨੰ ਧਾਮ। ਤੋ ਦੱਸੋ ਤੁਹਾਡਾ ਘਰ ਜਿਹੜਾ ਕਿਹੜੇ ਥਾਂ ਤੇ ਹੈ। ਮਰਦਾਨਾ ਲਖ ਨਾਮ ਹਮਾਰਾ। ਤੇ ਮਰਦਾਨਾ ਜੀ ਬੋਲਦੇ ਕਹਿੰਦੇ ਜੀ ਮੇਰਾ ਨਾਮ ਹੈ ਮਰਦਾਨਾ। ਵਿਚਰਤ ਇਨ ਕੇ ਸਾਥ। ਤੇ ਮੈਂ ਫਿਰਦਾ ਹਾਂ ਧੰਨ ਸਾਹਿਬ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਨਾਲ। ਬੇਦੀ ਕੁਲ ਕੋ ਚੀਨ ਮਿਰਾਸੀ। ਤੇ ਮੈਂ ਇਹਨਾਂ ਦੀ ਕੁੱਲ ਬੇਦੀ ਹੈ, ਤੇ ਮੈਂ ਇਹਨਾਂ ਦੇ ਮਰਾਸੀ ਗੁਰੂ ਨਾਨਕ ਸਾਹਿਬ ਦੇ ਘਰ ਦਾ ਸੇਵਕ। ਨਾਨਕ ਜੀ ਮਮ ਨਾਥ। ਤੇ ਇਹ ਮੇਰੇ ਸਵਾਮੀ ਧੰਨ ਗੁਰੂ ਨਾਨਕ ਸਾਹਿਬ ਜੀ ਹਨ। ਮਰਦਾਨੇ ਨੇ ਇਹ ਸਾਰੀ ਵਾਰਤਾ ਭਾਈ ਲਾਲੋ ਨੂੰ ਦੱਸੀ ਹੈ। ਦਵਈਆ ਛੰਦ ਬੰਦ ਉਬੇ ਕਰ ਬੰਧਨ ਕੀਨੀ। ਤਾਂ ਦੋਵੇਂ ਹੱਥ ਜੋੜ ਕਰਕੇ ਭਾਈ ਲਾਲੋ ਜੀ ਨੇ ਫਿਰ ਨਮਸਕਾਰ ਕੀਤੀ ਸਤਿਗੁਰਾਂ ਨੂੰ। ਸੁਨ ਕਰ ਲਾਲੋ ਤਬ ਹੀ। ਉਸ ਵੇਲੇ ਸੁਣ ਕੇ ਭਾਈ ਲਾਲੋ ਜੀ ਨੇ ਸੀਸ ਧਰਿਓ ਪਦ ਪੰਕਜ ਉਪਰ। ਤੇ ਉੱਠ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸਿਰ ਰੱਖਦਾ ਭਈ ਧੰਨ ਵੱਡੇ ਭਾਗ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੋਏ ਹਨ ਘਰ ਵਿੱਚ। ਪ੍ਰਾਪਤ ਨਿਸ਼ਚਾ ਜਬ ਹੀ। ਜਦੋਂ ਕਹਿੰਦੇ ਨੇ ਇਸ ਨੂੰ ਨਿਸ਼ਚਾ ਜਿਹੜਾ ਪ੍ਰਾਪਤ ਹੋਇਆ ਉਸੇ ਵੇਲੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਾਦਰ ਸੋ ਤਬ ਮੰਚ ਡਸਾਵਾ। ਬੜੇ ਸਤਿਕਾਰ ਦੇ ਨਾਲ ਜਿਹੜਾ ਪਲੰਘਾ ਸੀ ਵਿਛਾ ਦਿੱਤਾ ਗੁਰੂ ਸਾਹਿਬ ਵਾਸਤੇ। ਬੈਸ ਗਏ ਤਿਹ ਕਾਲਾ। ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀ ਉਸ ਉੱਪਰ ਬੈਠ ਗਏ ਹਨ। ਸੁਖ ਸਾਗਰ ਪੂਰਨ ਜਗਦੀਸਾ। ਸੁੱਖਾਂ ਦੇ ਸਮੁੰਦਰ ਪੂਰਨ ਜਗਤ ਦੇ ਈਸ਼ਵਰ ਰੂਪ ਗੁਰੂ ਸਾਹਿਬ ਜੀ। ਦਸ ਹੈ ਕਰਨ ਹਾਲਾ। ਆਪਣੇ ਸੇਵਕਾਂ ਨੂੰ ਨਿਹਾਲ ਦੁੱਖਾਂ ਤੋਂ ਰਹਿਤ ਕਰਨ ਵਾਲੇ ਜੋ ਹਨ। ਆਇਸ ਪਾਏ ਅਸਨ ਕਰਬੇ ਹਿਤ। ਜਿਸ ਵੇਲੇ ਭੋਜਨ ਤਿਆਰ ਹੋਇਆ ਤੇ ਆਗਿਆ ਕੀਤੀ ਹੈ ਭੋਜਨ ਛਕਣ ਦੀ। ਗਵਨਿਓ ਲਾਲੋ ਤਬ ਹੀ। ਤਦੋਂ ਕਹਿੰਦੇ ਇਸ ਪ੍ਰਕਾਰ ਸੋ ਭਾਈ ਲਾਲੋ ਜੀ ਗੁਰੂ ਸਾਹਿਬ ਜੀ ਵਾਸਤੇ ਭੋਜਨ ਵਾਸਤੇ ਗਏ ਹਨ ਘਰ ਵਿੱਚ। ਬੂਜਤ ਭਾ ਮਰਦਾਨਾ ਬਹੁਰ। ਮਰਦਾਨਾ ਹੁਣ ਪੁੱਛਦਾ ਹੈ ਧੰਨ ਗੁਰੂ ਨਾਨਕ ਮਹਾਰਾਜ ਜੀ ਨੂੰ। ਹਮ ਸੋ ਕਹੀਏ ਸਭ ਹੀ। ਤੇ ਮਹਾਰਾਜ ਮੈਨੂੰ ਤਾਂ ਸਾਰੀ ਗੱਲ ਦੱਸੋ ਜੀ। ਕੌਣ ਇਹ ਮਾਨਵ ਸੁਆਮੀ। ਇਹ ਮੇਰੇ ਸਵਾਮੀ ਮਾਲਕ ਗੁਰੂ ਨਾਨਕ ਸਾਹਿਬ ਜੀ ਵੀ ਇਹ ਐਡਾ ਭਾਗਾਂ ਵਾਲਾ ਕਿਹੜਾ ਮਨੁੱਖ ਹੈ ਇਹ ਜੀ। ਜਿਹ ਪਰ ਕਰੁਣਾ ਕੀਨੀ। ਜਦ ਇੰਨੀ ਕਿਰਪਾ ਕੀਤੀ 17 ਦਿਨ ਦਾ ਸਫ਼ਰ ਕਰਕੇ ਤੇ ਇਸ ਨੂੰ ਮਿਲਣ ਵਾਸਤੇ ਆਪ ਪਹੁੰਚੇ ਹੋ। ਐਡਾ ਵੱਡ ਭਾਗੀ ਇਹ ਕੌਣ ਬੰਦਾ ਹੈ ਜੀ। ਭਾਗ ਵੱਡੇ ਇਹ ਦੀਸਤ ਮੁਕ ਹੋ। ਮੈਨੂੰ ਤਾਂ ਇਉਂ ਦਿਸਦਾ ਵੀ ਇਹਦੇ ਤਾਂ ਬਹੁਤੇ ਵੱਡੇ ਭਾਗ ਹਨ। ਬੁੱਧ ਭਗਤ ਮਹਿ ਭੀਨੀ। ਇਸ ਦੀ ਬੁੱਧੀ ਮਹਾਰਾਜ ਭਗਤੀ ਵਿੱਚ ਭਿੱਜੀ ਹੋਈ ਹੈ, ਜਿਸ ਨੇ ਦੇਖਦਿਆਂ ਸਾਰ ਹੀ ਥੋ ਮਾਣ ਸਤਕਾਰ ਅਦਬ ਕੀਤਾ ਹੈ। ਸੁਨ ਕਰ ਬਚਨ ਉਚਾਰੇ ਸ੍ਰੀ ਮੁਖ। ਸੁਭਾਏਮਨ ਮੁਖ ਤੋਂ ਸੁਣ ਕੇ ਬਚਨ ਉਚਾਰੇ ਹਨ ਸਤਿਗੁਰਾਂ ਨੇ। ਚੀਨੋ ਸੰਤ ਸਰੂਪਾ। ਮਹਾਰਾਜ ਕਹਿੰਦੇ ਮਰਦਾਨਾ ਜਾਣ ਲੈ ਇਹ ਸੰਤ ਰੂਪ ਹੀ ਹੈ। ਭਾਵ ਇੱਥੋਂ ਸਿੱਧ ਹੁੰਦਾ ਹੈ ਕਿ ਸੰਤ
ਕੋਈ ਬਾਹਰ ਭੇਖ ਬਣਾ ਕੇ ਨਹੀਂ ਬਣਦਾ। ਸੰਤ ਆਪਣੀ ਨਿਜ ਦੀ ਕਮਾਈ ਕਰਕੇ ਅੰਤਰ ਆਤਮੇ ਤੋਂ ਸੰਤ ਬਣਦਾ, ਸ਼ਾਂਤ ਚਿੱਤ ਹੋ ਕੇ। ਭਗਤ ਕਰਤ ਬੀਤੇ ਕਛ ਜਨਮਾ। ਇਸ ਨੂੰ ਮਹਾਰਾਜ ਕਹਿੰਦੇ ਕੁਛ ਜਨਮ ਗੁਜ਼ਰੇ ਹਨ ਭਗਤੀ ਕਰਦੇ ਆ, ਅੱਜ ਦੀ ਭਗਤੀ ਨਹੀਂ, ਇਹਦੀ ਕਈ ਜਨਮਾਂ ਦੀ ਭਗਤੀ ਹੈ। ਅਬ ਭੀ ਸਫਲ ਅਨੂਪਾ। ਹੁਣ ਉਪਮਾ ਤੋਂ ਰਹਿਤ ਇਸ ਦੀ ਭਗਤੀ ਸੰਪੂਰਨ ਸਫਲ ਹੋਈ ਹੈ। ਨੌ ਬਿਦ ਭਗਤ ਅਹ ਮਰਦਾਨਾ। ਹੁਣ ਧੰਨ ਗੁਰੂ ਨਾਨਕ ਸਾਹਿਬ ਦੱਸਦੇ ਨੇ ਮਰਦਾਨਾ 9 ਪ੍ਰਕਾਰ ਦੀ ਭਗਤੀ ਹੈ ਪਰਮੇਸ਼ਵਰ ਦੀ, ਸੁਣੋ। ਜਾਂ ਮਹਿ ਇੱਕ ਹੋਈ। ਤੇ ਜਿਹਦੇ ਵਿੱਚ ਕੋਈ ਪ੍ਰਾਣੀ ਨਵਾਂ ਦੇ ਵਿੱਚੋਂ ਇੱਕ ਵੀ ਭਗਤੀ ਕਰ ਲਵੇ, ਜਿਹੜਾ ਭਾਵ ਸਾਗਰ ਤਰ ਗਤ ਕੋ ਪਾਵੈ। ਉਹ ਸੰਸਾਰ ਸਮੁੰਦਰ ਨੂੰ ਤਰ ਕੇ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਨਹਿ ਲਖ ਸੰਸਾ ਕੋਈ। ਇਹਦੇ ਵਿੱਚ ਕੋਈ ਵੀ ਸ਼ੰਕਾ ਨਾ ਦੇਖੋ, ਜਿਹੜਾ ਇੱਕ ਪ੍ਰਕਾਰ ਦੀ ਭਗਤੀ ਵੀ ਕਰ ਲੈਂਦਾ ਵਾਹਿਗੁਰੂ ਦੀ, ਕਹਿੰਦੇ ਉਹ ਭਵ ਸੰਸਾਰ ਸਮੁੰਦਰ ਤੋਂ ਤਰ ਜਾਂਦਾ, ਮੁਕਤ ਹੋ ਜਾਂਦਾ ਹੈ। ਮਰਦਾਨਾ ਬੂਝਤ ਭਾ ਤਬ ਹੀ। ਤਦੋਂ ਭਾਈ ਮਰਦਾਨਾ ਜੀ ਪੁੱਛਦੇ ਹਨ, ਸਭ ਬਿਦ ਭਗਤ ਕਹੀਜੈ। ਮਹਾਰਾਜ ਕਿਰਪਾ ਕਰੋ, ਇਹ 9 ਪ੍ਰਕਾਰ ਦੀ ਨੂੰ ਨਵਦਾ ਭਗਤੀ ਕਹੀਦਾ। 9 ਪ੍ਰਕਾਰ ਦੀ ਭਗਤੀ ਜਿਹੜੀ ਹੈ, ਜਿਹ ਕੇ ਕੀਰਤ ਕਰਤ ਪਰਮਗਤ ਪਾਵੈ। ਜਿਸ ਭਗਤੀ ਨੂੰ ਕਰਨ ਦੇ ਨਾਲ ਪਰਮ ਗਤੀ ਮੁਕਤੀ ਨੂੰ ਪ੍ਰਾਪਤ ਹੋਈਦਾ ਹੈ। ਭਵਜਲ ਭਲੇ ਤਰੀਜੈ। ਸੰਸਾਰ ਸਮੁੰਦਰ ਨੂੰ ਭਲੀ ਪ੍ਰਕਾਰ ਤਰ ਜਾਈਦਾ ਹੈ। ਸ੍ਰੀ ਮੁਖ ਭਨਤ ਭਏ ਤਿਹ ਕਾਲਾ। ਧੰਨ ਸਤਿਗੁਰੂ ਪਾਤਸ਼ਾਹ ਜੀ ਨੇ ਸੁਭਾਏਵਨ ਮੁਖ ਤੋਂ ਇਉਂ ਉਚਾਰਨ ਫਿਰ ਕੀਤਾ, ਸੁਨੀਐ ਭਗਤ ਪ੍ਰਕਾਰਾ। ਤੋ ਸੁਣੋ ਮਰਦਾਨਾ ਜੀ, ਜੋ ਭਗਤੀ 9 ਪ੍ਰਕਾਰ ਦੀ ਹੈ ਦੱਸਦੇ ਹਾਂ। ਪ੍ਰਥਕ ਪ੍ਰਥਕ ਹੋਂ ਭਾਖੋਂ ਸਭ ਹੀ। ਵੱਖਰੀ ਵੱਖਰੀ ਭਗਤੀ 9 ਪ੍ਰਕਾਰ ਦੀ ਤੁਹਾਨੂੰ ਦੱਸਦੇ ਹਾਂ। ਜੇ ਹੈ ਭਗਤ ਆਚਾਰਾ। ਜਿਹੜਾ ਇਹ ਭਗਤੀ ਦਾ ਕਰਮ ਕਰਤਵ ਆਚਾਰ ਹੁੰਦਾ, ਜੋ ਅਸੀਂ ਕਰਮ ਕਰਦੇ ਹਾਂ, ਜੋ ਆਚਾਰ ਸੋ ਕਰਤਵ ਹੈ, ਸੁਣੋ। ਸਤ ਸੰਗਤ ਸਸਰੁਖਾ ਕਰਨੀ। ਤੋ ਕਹਿੰਦੇ ਜਿਹੜੀ ਸਤ ਸੰਗਤ ਦੀ ਸੇਵਾ ਕਰਨੀ ਪਹਿਲੀ ਭਗਤੀ ਹੈ, ਜੋ ਗੁਰੂ ਦੀ ਸੰਗਤ ਦੀ ਸੇਵਾ ਕਰਨੀ ਹੈ। ਮਿਲ ਤਿਹ ਕਾਲ ਬਿਤਾਵੈ। ਤੇ ਸੰਗਤ ਵਿੱਚ ਮਿਲ ਕਰਕੇ ਸਮਾਂ ਗੁਜ਼ਾਰਨਾ ਤੇ ਸੇਵਾ ਕਰਨੀ। ਹਰ ਗੁਰ ਕੋ ਇਤਿਹਾਸ ਸੁਨੀਜੈ। ਦੂਸਰਾ ਹੈ ਜਿਹੜਾ ਗੁਰੂ ਮਹਾਰਾਜ ਦੇ ਇਤਿਹਾਸ ਨੂੰ ਪ੍ਰੇਮ ਨਾਲ ਸੁਣਨਾ ਨਿਤ ਪ੍ਰਤੀ, ਇਹ ਦੂਜੀ ਕਿਸਮ ਦੀ ਭਗਤੀ ਜਾਣ ਲਓ। ਮਨ ਇਕਾਗਰ ਲਾਵੈ। ਤੇ ਭਾਈ ਜਿਸ ਵੇਲੇ ਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਸੁਣਨਾ ਤੇ ਮਨ ਨੂੰ ਇਕਾਗਰ ਕਰਕੇ ਤੇ ਸੁਣਨ ਵਿੱਚ ਚਿੱਤ ਦੇਣਾ ਹੈ, ਕਿਉਂਕਿ ਜੇ ਆਪਾਂ ਇਤਿਹਾਸ ਸੁਣਦੇ ਹਾਂ ਤੇ ਮਨ ਜਿਹੜਾ ਉਹ ਹੋਰ ਹੀ ਫੁਰਨੇ ਕਰੀ ਜਾਵੇ ਤੇ ਫਿਰ ਭਗਤੀ ਨਹੀਂ ਇਹ ਸਫਲ ਹੋਣੀ। ਤੋ ਭਗਤੀ ਦੀ ਸਫਲਤਾ ਹੈ ਜਿਵੇਂ ਜਿਵੇਂ ਗੁਰੂ ਦਾ ਇਤਿਹਾਸ ਧਿਆਨ ਦੇ ਕੇ ਸੁਣਨਾ ਤੇ ਮਨ ਨੂੰ ਟਿਕਾ ਲੈਣਾ। ਪਦ ਅਰਬਿੰਦ ਮਿਲਿੰਦ ਕਰੇ ਮਨ। ਤੇ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦਾ ਆਪਣੇ ਮਨ ਨੂੰ ਭੌਰਾ ਬਣਾ ਲਵੇ। ਗੁਰਮੂਰਤ ਔਰ ਧਿਆਨਾ। ਸਤਿਗੁਰੂ ਪਾਤਸ਼ਾਹ ਜੀ ਦੇ ਸਰੂਪ ਦਾ ਹਿਰਦੇ ਵਿੱਚ ਧਿਆਨ ਕਰ ਲੈਣਾ ਜੀ। ਪ੍ਰੇਮ ਸਹਿਤ ਗੁਣ ਗਾਵਹਿ ਮੁਖ ਸੋਂ। ਅਗਲੀ ਭਗਤੀ ਮੁਖ ਤੋਂ ਕਹਿੰਦੇ ਪ੍ਰੇਮ ਦੇ ਨਾਲ ਫਿਰ ਗੁਰੂ ਸਾਹਿਬ ਦੇ ਗੁਣ ਗਾਉਣੇ, ਮਹਾਰਾਜ ਦੀ ਸੋਭਾ ਕਰਨੀ, ਵਡਿਆਈ। ਫੁੱਲ ਕਾਬਲ ਤਨ ਆਨਾ। ਤੇ ਫਿਰ ਜਦੋਂ ਗੁਰੂ ਸਾਹਿਬ ਦਾ ਜਸ ਕਰਦੇ ਆ ਸੁਣਦੇ ਆ ਸਰੀਰ ਦੇ ਰੌਂਗਟੇ ਖੜੇ ਹੋ ਜਾਣ, ਇਸ ਤਰ੍ਹਾਂ ਦਾ ਕਹਿੰਦੇ ਜਿਸ ਵੇਲੇ ਮਨ ਤੇ ਪ੍ਰਭਾਵ ਪਵੇ, ਇਹ ਵੀ ਭਗਤੀ ਹੈ। ਦਮ ਸਮ ਭਾ ਬਿਰਕਤ ਕਰਮਨ ਤੇ। ਤੋ ਕਰਮਾਂ ਤੋਂ ਇਸ ਪ੍ਰਕਾਰ ਸਮ ਤੇ ਦਮ ਕਰਕੇ ਬਿਰਕਤ ਹੋਣਾ। ਸਮ ਇਸ ਪ੍ਰਕਾਰ ਜਿਹੜਾ ਹੈ ਸੋ ਮਨ ਦੀਆਂ ਵਾਸ਼ਨਾ ਨੂੰ ਰੋਕ ਲੈਣਾ। ਦਮ ਹੈ ਕਿ ਆਪਣੇ ਇੰਦਰੀਆਂ ਨੂੰ ਵਿਸ਼ਿਆਂ ਤੋਂ ਰੋਕ ਕਰਕੇ ਇਕਾਗਰ ਕਰ ਲੈਣਾ। ਸੁਰਗਾਦਕ ਤਜ ਚਾਹ। ਤੋ ਕਹਿੰਦੇ ਨੇ ਸਵਰਗ ਆਦਿਕ ਦੀ ਇੱਛਾ ਨਹੀਂ ਕਰਨੀ। ਮਹਾਰਾਜ ਦੀ ਭਗਤੀ ਵਿੱਚ ਮਨ ਜੋੜ ਲੈਣਾ। ਇਹ ਨਹੀਂ ਇੱਛਾ ਕਰਨੀ ਵੀ ਸਵਰਗਾਂ 'ਚ ਜਾਵਾਂਗੇ ਸੁੱਖ ਮਿਲੇਗਾ, ਐਸੀ ਇੱਛਾ ਨਾ ਕਰਨੀ। ਪਰ ਕੇ ਦੋਖ ਨਾ ਚੀਨਤ ਮਨ ਮੈਂ। ਮਨ ਵਿੱਚ ਕਦੇ ਵੀ ਕਿਸੇ ਦੂਸਰੇ ਪਰਾਏ ਦੇ ਦੋਸ਼ ਨਹੀਂ ਚੇਤੇ ਕਰਨੇ, ਔਗਣ ਨਹੀਂ ਦੇਖਣੇ। ਆਨ ਲਾਭ ਸਮਤਾਹ। ਤੇ ਫਿਰ ਉਹਦੇ ਵਾਸਤੇ ਚਾਹੇ ਨਫਾ ਹੋਵੇ ਚਾਹੇ ਨੁਕਸਾਨ ਹੋਵੇ, ਬਿਰਤੀ ਸਮਾਨ ਰਹੇ। ਸਿਮਰਨ ਵਿੱਚੋਂ ਬਿਰਤੀ ਉੱਕੇ ਨਾ। ਛਲ ਬਹੀਨ ਸਭ ਹੀ ਤੇ ਹੋਵਨ। ਤੇ ਸਾਰਿਆਂ ਕਦੇ ਵੀ ਕਿਸੇ ਨਾਲ ਛਲ ਫਰੇਬ ਠੱਗੀ ਨਹੀਂ ਕਰਨੀ। ਇਸ ਤਰ੍ਹਾਂ ਦਾ ਜੀਵਨ ਬਣ ਜਾਣਾ। ਹਰਖ ਸ਼ੋਕ ਨਹਿ ਆਵੈ। ਤੇ ਜਿਸ ਕਰਕੇ ਨਾ ਖੁਸ਼ੀ
ਤੇ ਨਾ ਗਮੀ ਆਉਣੀ ਮਨ ਦੇ ਵਿੱਚ। ਪਰਮੇਸ਼ਵਰ ਦੇ ਸਿਮਰਨ ਵਿੱਚ ਆਨੰਦ ਰਹਿਣਾ। ਦ੍ਰਿੜ ਨਿਸ਼ਚਾ ਕਰਤਾਰ ਵਿਖੇ ਅਤ। ਜਿਹੜਾ ਅਤਿਅੰਤ ਹੀ ਵਾਹਿਗੁਰੂ ਪਰਮੇਸ਼ਵਰ ਵਿੱਚ ਭਰੋਸਾ ਕਰ ਲੈਣਾ ਕਿ ਸਦਾ ਅੰਗ ਸੰਗ ਮਾਲਕ ਵਾਹਿਗੁਰੂ ਸਾਡੇ ਹਰ ਵੇਲੇ ਨਾਲ ਹੈ। ਡੋਲ ਨ ਕਬਹੂ ਜਾਵੇ। ਤੇ ਕਦੇ ਮਨ ਫਿਰ ਡੋਲੇ ਨਾ, ਪਰਮੇਸ਼ਵਰ ਵਿੱਚ ਨਿਸ਼ਚਾ ਕਰੇ। ਹਰ ਸਰੂਪ ਸਭ ਹੂੰ ਕੋ ਜਾਣੈ। ਅਤੇ ਇਸੇ ਤਰ੍ਹਾਂ ਹੀ ਉਸ ਮਾਲਕ ਵਾਹਿਗੁਰੂ ਪਰਮੇਸ਼ਵਰ ਨੂੰ ਸਾਰਿਆਂ ਹੀ ਸਰੀਰਾਂ ਦੇ ਵਿੱਚ ਜਾਣ ਲਵੇ, ਸਭ ਸਰੂਪਾਂ ਵਿੱਚ ਪਰਮੇਸ਼ਵਰ ਦੀ ਜੋਤ ਨੂੰ ਵੇਖੇ। ਰਵਿਓ ਸਭ ਕੇ ਮਾਹੀ। ਭਈ ਉਹ ਮੇਰਾ ਮਾਲਕ ਮੇਰੇ ਗੁਰੂ ਨਾਨਕ ਸਾਹਿਬ ਪਰਮੇਸ਼ਵਰ ਸਾਰਿਆਂ ਵਿੱਚ ਹੀ ਵਿਆਪਕ ਹੋਇਆ ਹੈ। ਇਹ ਬਿਦ ਹੈ ਸੂਛਮ ਕਰ ਵਰਨੀ। ਤੋ ਕਹਿੰਦੇ ਨੇ ਵੀ ਇਸ ਤਰੀਕੇ ਦੀ ਇਹ 9 ਪ੍ਰਕਾਰ ਦੀ ਭਗਤੀ ਹੈ ਤੇ ਬੜੀ ਸੰਖੇਪ ਰੂਪ ਵਿੱਚ ਤੁਹਾਨੂੰ ਦੱਸ ਦਿੱਤੀ ਹੈ। ਏਕ ਪ੍ਰਾਪਤ ਜਾਹੀ। ਜਿਸ ਨੂੰ ਇਹ ਇੱਕ ਵੀ ਭਗਤੀ ਇਹਦੇ ਵਿੱਚ 9ਵਾਂ ਵਿੱਚੋਂ ਪ੍ਰਾਪਤ ਹੋ ਜਾਵੇ, ਕੁਲ ਸਮੇਤ ਤਰ ਹੈ ਭਵ ਸਾਗਰ। ਉਹ ਸੰਸਾਰ ਸਮੁੰਦਰ ਨੂੰ ਆਪਣੀ ਕੁਲਾਂ ਦੇ ਸਮੇਤ ਤਰ ਜਾਵੇਗਾ। ਅਵਰ ਤਰੇ ਤਿਹ ਸੰਗਾ। ਤੇ ਹੋਰ ਵੀ ਜਿਹੜੀ ਉਹਦੀ ਸੰਗਤ ਹੋਏਗੀ, ਸੰਗ ਮਿਲ ਕਰਕੇ ਉਹ ਵੀ ਤਰ ਜਾਣਗੇ ਭਵਜਲ ਤੋਂ। ਭਗਤ ਕਰਤ ਮਾਇਆ ਨਹਿ ਮੋਹ ਹੈ। ਦੇਖੋ ਜਿਹੜਾ ਵੀ ਭਗਤੀ ਕਰੇਗਾ ਉਸ ਨੂੰ ਮਾਇਆ ਮੋਹਤ ਕਰਕੇ ਛਲ ਵਿੱਚ ਨਹੀਂ ਲਿਆ ਸਕੇਗੀ। ਰਾਚੇ ਹਰਿ ਕੇ ਰੰਗਾ। ਉਹ ਹਰੀ ਪਰਮੇਸ਼ਵਰ ਦੇ ਆਨੰਦ ਵਿੱਚ, ਪ੍ਰੇਮ ਦੇ ਵਿੱਚ ਰਚ ਜਾਊਗਾ। ਚਲੂਕਾ ਛੰਦ ਮਰਦਾਨਾ ਸੁਨ ਕਰ ਤਬੇ। ਤਦੋਂ ਸੁਣ ਕਰਕੇ ਭਾਈ ਮਰਦਾਨਾ ਜੀ ਨੇ ਪਦ ਪਰ ਧਾਰ ਲਲਾਰ ਅਲਾਵੇ। ਸਤਿਗੁਰੂ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਅਲਾਵੇ ਮੁਖ ਤੋਂ ਬਚਨ ਕਰਦਾ ਹੈ। ਸਤ ਬਚਨ ਤੁਮ ਕਹਿਤ ਹੋ। ਠੀਕ ਹੈ ਮਹਾਰਾਜ, ਆਪ ਜੀ ਜੋ ਬਚਨ ਕੀਤੇ ਹਨ ਸੱਚ ਹਨ। ਜੇ ਭਵ ਕੇ ਦੁਖ ਦਰਦ ਮਿਟਾਵੇ। ਜਿਹੜੇ ਆਪ ਦੇ ਬਚਨ ਹਨ ਇਹ ਸੰਸਾਰ ਦੇ ਸੋ ਦੁੱਖਾਂ ਤੇ ਦਰਦਾਂ ਨੂੰ ਦੂਰ ਕਰਨ ਵਾਲੇ ਹਨ। ਦਵਈਆ ਛੰਦ ਇਤਨੇ ਮਹਿ ਲਾਲੋ ਤਹ ਆਵਾ। ਇੰਨੇ ਨੂੰ ਭਾਈ ਲਾਲੋ ਜੀ ਆ ਗਏ ਗੁਰੂ ਸਾਹਿਬ ਦੇ ਕੋਲ। ਇਹ ਬਿਦ ਕਹਿਓ ਸੁਨਾਈ। ਤੇ ਗੁਰੂ ਸਾਹਿਬ ਨੂੰ ਇਉਂ ਬੇਨਤੀ ਕਰਕੇ ਕਹਿਣ ਲੱਗਾ ਹੈ, ਅਚ ਵਹਿ ਅਸਨ ਚਲੋ ਸ੍ਰੀ ਨਾਨਕ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਭੋਜਨ ਤਿਆਰ ਹੈ, ਆਪ ਜੀ ਛਕੋ। ਦੁਖ ਕੁੰਜਰ ਮਿਰਗ ਰਾਈ। ਇਹ ਮਹਾਰਾਜ ਦੁੱਖਾਂ ਰੂਪ ਹਾਥੀਆਂ ਨੂੰ ਦੂਰ ਕਰਨ ਵਾਸਤੇ ਤੁਸੀਂ ਤੋਂ ਸ਼ੇਰ ਰੂਪ ਹੋ ਜੀ। ਭਾਵ ਬੰਧਨ ਪਨੰਗ ਜੇ ਗਰਸੇ। ਜਿਹੜੇ ਲੋਕ ਸੰਸਾਰ ਦੇ ਬੰਧਨਾਂ ਰੂਪ ਸੱਪਾਂ ਦੇ ਗਰਸੇ ਹੋਏ ਹਨ, ਬੈਨ ਤੇਈ ਹੋ ਤਿੰਨ ਕੋ। ਤੇ ਤੁਸੀਂ ਮਹਾਰਾਜ ਉਹਨਾਂ ਵਾਸਤੇ ਗਰੜ ਦਾ ਰੂਪ ਹੋ ਜੀ, ਕਿਉਂਕਿ ਗਰੜ ਸੱਪ ਨੂੰ ਮਾਰ ਦਿੰਦਾ ਹੈ। ਕਰ ਕਿਰਤਾਰਥ ਮੁਝ ਕਰਨਾ ਕਰ। ਇਹ ਗਰੀਬ ਨਵਾਜ ਕਿਰਪਾ ਕਰੋ, ਭੋਜਨ ਛਕੋ ਤੇ ਮਿਹਰ ਕਰਕੇ ਮੈਨੂੰ ਸਫਲ ਕਰੋ ਜੀ। ਆਨਨ ਪਾਏ ਅਸਨ ਕੋ। ਮੁਖ ਦੇ ਵਿੱਚ ਭੋਜਨ ਛਕ ਕਰਕੇ ਕਿਰਪਾ ਕਰੋ ਜੀ। ਦਵਈਆ ਛੰਦ ਸੁਨ ਕਰ ਸ੍ਰੀ ਮੁਖ ਬਚਨਾ ਭਾਖੇ। ਮੁਖ ਤੋਂ ਬਚਨ ਸੁਣ ਕਰਕੇ ਇਉਂ ਕਹੇ ਸਤਿਗੁਰਾਂ ਨੇ। ਅੰਨ ਇਹ ਠਾਂ ਜਾਈ। ਮਹਾਰਾਜ ਕਹਿੰਦੇ ਵੀ ਭਾਈ ਲਾਲੋ ਜੀ ਇੱਥੇ ਬੈਠਿਆ ਇੱਥੇ ਹੀ ਭੋਜਨ ਲਾਇਓ ਤੁਸੀਂ। ਕਹਿ ਲਾਲੋ ਤੁਮਰੇ ਗਲ ਜੰਜੂ। ਤੋ ਕਹਿੰਦੇ ਨੇ ਭਾਈ ਲਾਲੋ ਜੀ ਕਹਿਣ ਲੱਗੇ ਮਹਾਰਾਜ ਜੰਜੂ ਗੁਰੂ ਸਾਹਿਬ ਨੇ ਪਾਇਆ ਨਹੀਂ, ਇਹ ਅਖੇਪਕ ਗੱਲ ਸਿੱਧ ਕੀਤੀ ਗਈ ਹੈ। ਕਹਿੰਦੇ ਮਹਾਰਾਜ ਕਿ ਤੁਸੀਂ ਮਹਾਨ ਸਮਰੱਥ ਹੋ। ਵਾਹਰ ਅਸਨ ਕਿਉ ਪਾਈ। ਤੋ ਕਿਉਂਕਿ ਉਸ ਵੇਲੇ ਇਸ ਤਰੀਕੇ ਦਾ ਇਹ ਆਮ ਪ੍ਰਚਾਰ ਸੀ ਕਿ ਵੀ ਚੌਂਕਾ ਹੋਵੇ ਸੁੱਚਾ ਕਰਕੇ ਤੇ ਉੱਥੇ ਬੈਠ ਕੇ ਹੀ ਭੋਜਨ ਛਕਣਾ ਚਾਹੀਦਾ ਹੈ। ਤੇ ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਜੀ ਵੀ ਤੁਸੀਂ ਬਾਹਰ ਕਿਉਂ ਬਹਿੰਦੇ ਹੋ, ਚੌਂਕੇ ਸੁੱਚੇ ਥਾਂ ਤੇ ਬੈਠ ਕੇ ਭੋਜਨ ਛਕੋ। ਚੌਂਕੇ ਅੰਦਰ ਚੱਲ ਕਰ ਜੇਵੋ। ਚੌਂਕੇ ਵਿੱਚ ਬੈਠ ਕੇ ਮਹਾਰਾਜ ਭੋਜਨ ਛਕੋ ਆਪ ਜੀ। ਉੱਤਮ ਜਨਮ ਤੁਮਾਰਾ। ਕਿਉਂਕਿ ਤੁਹਾਡਾ ਜਨਮ ਉੱਤਮ ਹੈ, ਸੋਹਣਾ ਹੈ। ਜੇ ਇਹ ਠਾਂ ਮਗਵਾਵੋ ਸੁਆਮੀ। ਜੇ ਸਵਾਮੀ ਜੀ ਇੱਥੇ ਭੋਜਨ ਤੁਸੀਂ ਮੰਗਾ ਕੇ ਛਕੋਗੇ, ਸੰਸੇ ਖੋਏ ਹਮਾਰਾ। ਸਾਡਾ ਸ਼ੰਕਾ ਦੂਰ ਕਰੋ ਇਸ ਗੱਲ ਤੋਂ। ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ। ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦਾ ਜਿੰਨੀ ਧਰਤੀ ਰਚੀ ਹੋਈ ਆ ਨਾ, ਤਿਤਨੋ ਚੌਂਕਾ ਜਾਨੂ। ਜਾਣੋ ਇਹ ਸਾਰਾ ਚੌਂਕਾ ਹੀ ਹੈ, ਸਾਰੀ ਧਰਤੀ ਚੌਂਕਾ ਪਵਿੱਤਰ ਹੀ ਰਚੀ ਹੈ ਵਾਹਿਗੁਰੂ ਦੀ। ਸੱਚ ਰਤੇ ਸੇ ਸੂਚੇ ਹੂਏ। ਜਿਹੜੇ ਸੱਚ ਵਿੱਚ ਰੰਗੇ ਨੇ ਸਦਾ ਹੀ ਸੁੱਚੇ ਹਨ, ਉਹਨਾਂ ਲਈ ਸਦਾ ਹੀ ਚੌਂਕਾ ਹੈ। ਮਨ ਕੋ ਭਰਮ ਮਿਟਾਨੋ। ਮਨ ਦਾ ਭਰਮ ਦੂਰ ਕਰੋ ਤੁਸੀਂ। ਸੁਨ ਕਰ ਲਾਲੋ ਬਿਕਸਿਓ ਤਬ ਹੀ। ਭਾਈ ਲਾਲੋ ਜੀ ਸੁਣ ਕੇ ਖੁਸ਼ ਹੋ ਗਏ। ਆਨਿਓ ਭੋਜਨ ਧਾਈ। ਤੋ ਜਾ ਕੇ ਝੱਟ ਭੋਜਨ ਲੈ ਆਂਦਾ ਗੁਰੂ ਸਾਹਿਬਾਂ ਵਾਸਤੇ। ਬਨੀ ਬਾਜਰੇ ਕੀ ਸੁਭ ਰੋਟੀ। ਤੋ ਇੱਥੇ ਸੋ ਬਾਜਰਾ ਲਿਖਦੇ ਨੇ, ਅੱਗੇ ਫਿਰ ਕੋਧਰਾ ਲਿਖਦੇ ਹਨ। ਇਸ ਪ੍ਰਕਾਰ ਕੋਧਰਾ ਇਹ ਪੁਰਾਣੇ ਸਮੇਂ ਦਾ ਅਨਾਜ ਸੀ, ਤੋ ਜਿਹੜਾ ਹੁਣ ਆਮ ਨਹੀਂ ਰਿਹਾ। ਤੇ ਇਹ ਵੀ ਇੱਧਰ ਪਹਾੜਾਂ ਦੇ ਇਲਾਕੇ ਦੇ ਵਿੱਚ ਇਹ ਦੇਖਿਆ ਗਿਆ, ਮਾਰੂ ਫਸਲ ਹੋ ਜਾਂਦੀ ਇਹਦੀ।
ਬਰੀਕ ਬਰੀਕ ਦਾਣੇ ਇਹਦੇ ਸਵਾਂਕ ਵਰਗੇ। ਤੋ ਇਸ ਪ੍ਰਕਾਰ ਇਹ ਮੱਡਲ ਤੇ ਕੋਦਰਾ ਤੇ ਮਾਲ ਕੰਗਣੀ ਇਹ ਪੁਰਾਣੇ ਅਨਾਜ ਹੁੰਦੇ ਸੀ, ਸਾਡੇ ਬਜ਼ੁਰਗ ਬੀਜਿਆ ਕਰਦੇ, ਕੁਛ ਕੁ ਤਾਂ ਅਸੀਂ ਵੀ ਦੇਖੇ ਨੇ। ਇਸ ਪ੍ਰਕਾਰ ਤੇ ਹੁਣ ਵੀ ਦੇਸੀ ਦਵਾਈਆਂ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਯੋਗ ਹੁੰਦਾ ਹੈ। ਤੋ ਕਹਿੰਦੇ ਵੀ ਇਹ ਕੋਦਰਾ, ਇੱਥੇ ਬਾਜਰਾ ਲਿਖਿਆ ਹੈ, ਸੋ ਪ੍ਰਸ਼ਾਦਾ ਲਿਆਂਦਾ ਹੈ। ਸਰਖਪ ਸਾਗ ਬਣਾਈ, ਸਰੋਂ ਦਾ ਸਾਗ ਬਣਾਇਆ ਸੀ। ਤੋ ਹੋ ਸਕਦਾ ਇਹ ਸਿਆਲ ਦੇ ਦਿਨ ਹੁਣ ਤੇ ਆਮ ਪਿੰਡਾਂ ਦੇ ਵਿੱਚ ਸਰੋਂ ਦਾ ਸਾਗ ਤੇ ਨਾਲ ਇਹ ਪ੍ਰਸ਼ਾਦੇ ਜਿਹੜੇ ਮੱਕੀ ਦੇ ਜਾਂ ਇਸ ਪ੍ਰਕਾਰ ਸੋ ਬਾਜਰੇ ਦੇ ਜਾਂ ਕੋਦਰੇ ਦੇ ਪ੍ਰਸ਼ਾਦੇ ਜਿਹੜੇ ਨੇ ਇਹ ਸਾਗ ਦੇ ਨਾਲ ਫਿਰ ਸੋ ਸਿਆਲ ਦੀ ਖੁਰਾਕ ਹੁੰਦੀ ਹੈ। ਮਰਦਾਨੇ ਅਵਲੋਕ ਆਹਾਰਾ, ਮਰਦਾਨੇ ਨੇ ਜਦੋਂ ਭੋਜਨ ਦੇਖਿਆ ਹੈ ਤਾਂ ਮਨ ਮਹਿ ਗਟੀ ਵਿਚਾਰੀ, ਮਨ ਵਿੱਚ ਗਿਣਤੀਆਂ ਦੀ ਵਿਚਾਰ ਕਰਦਾ ਹੈ। ਜਿਹ ਬਿਦ ਗੁਨੀ ਸੋ ਜਾਨੀ ਸ੍ਰੀ ਗੁਰ, ਜਿਹੜੀ ਇਹਨੇ ਮਨ ਵਿੱਚ ਸੋਚੀ, ਗੁਰੂ ਸਾਹਿਬ ਨੇ ਅੰਤਰਜਾਮੀ ਨੇ ਜਾਣ ਲਈ। ਮਰਦਾਨਾ ਕੀ ਸੋਚਦਾ ਪ੍ਰਸ਼ਾਦਾ ਵੇਖ ਕੇ? ਸ੍ਰੀ ਗੁਰ ਅੰਤਰਜਾਮੀ ਸਾਰੀ, ਤਨ ਮੇਰੇ ਸਤਿਗੁਰੂ ਅੰਤਰਜਾਮੀ ਹਨ, ਸਾਰੀ ਗੱਲ ਜਾਣ ਲਈ। ਮਰਦਾਨੇ ਕਿਉ ਗਿਣਤੀ ਕੀਨੀ, ਕਹਿੰਦੇ ਮਰਦਾਨਾ ਸ਼ੰਕਾ ਕਿਉਂ ਕਰਦਾ, ਕਾਹਦੀ ਵਿਚਾਰ ਕਰਦਾ ਹੈ ਪ੍ਰਸ਼ਾਦੇ ਤੇ? ਅਚਵਹ ਜਾਣਹੁ ਤਬ ਹੀ, ਤੂੰ ਜਦੋਂ ਪ੍ਰਸ਼ਾਦਾ ਛਕੇਗਾ ਫੇਰ ਹੀ ਜਾਣੇਗਾ ਸਵਾਦ ਕੀ ਹੈ ਇਸ ਦਾ। ਕਹਿ ਕਰ ਦੀਨੋ ਨਿਜ ਕਰ ਅਸਨਾ, ਇਉਂ ਬਚਨ ਕਹਿ ਕੇ ਆਪਣੇ ਹੱਥੋਂ ਮੇਰੇ ਸਤਿਗੁਰੂ ਨੇ ਪ੍ਰਸ਼ਾਦਾ ਦਿੱਤਾ ਮਰਦਾਨੇ ਨੂੰ ਛਕਣ ਵਾਸਤੇ। ਜੋ ਦਾਨੀ ਸੁਖ ਸਭ ਹੀ, ਜੋ ਸਾਰੇ ਹੀ ਸੁੱਖਾਂ ਦੇ ਦਾਤੇ ਗੁਰੂ ਨਾਨਕ ਸਾਹਿਬ ਜੀ ਹਨ। ਮਰਦਾਨੇ ਤਬ ਪਾਇਓ ਕੋਰਾ, ਉਹ ਕਹਿੰਦੇ ਮਰਦਾਨੇ ਨੇ ਸਾਹਿਬ ਗੁਰੂ ਨਾਨਕ ਮਹਾਰਾਜ ਤੋਂ ਪ੍ਰਸ਼ਾਦਾ ਲਿਆ, ਉਹਦੀ ਬੁਰਕੀ ਤੋੜ ਕੇ ਜਦੋਂ ਮੂੰਹ ਵਿੱਚ ਪਾਈ ਹੈ ਤਾਂ ਸੁਦਾ ਸਵਾਦ ਜਨ ਆਇਆ, ਮਾਨੋ ਕਿ ਉਸ ਨੂੰ ਕੋ ਅਨੋਖਾ ਹੀ ਅੰਮ੍ਰਿਤ ਵਰਗਾ ਸਵਾਦ ਆਇਆ ਹੈ। ਪਰਮ ਪੁਰਖ ਪੂਰਨ ਪਰਮਾਤਮ, ਜੋ ਭਾਈ ਪਰਮ ਸਭ ਤੋਂ ਵੱਡੇ ਪੁਰਖ ਪਰਮਾਤਮ ਰੂਪ ਸਤਿਗੁਰੂ ਨਾਨਕ ਸਾਹਿਬ ਜੀ ਹਨ। ਸ੍ਰੀ ਮੁਖ ਵਾਕ ਅਲਾਇਆ, ਮੁਖ ਤੋਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਮਰਦਾਨਾ ਜੀ ਨੂੰ। ਅਸਨ ਬਨਿਓ ਹੈ ਕੈਸੇ ਸਵਾਦਾ, ਭਾਈ ਦੇਖ ਮਰਦਾਨਾ ਕਿਹੋ ਜਿਹਾ ਸਵਾਦ ਬਣਿਆ ਭੋਜਨ। ਦੇਵਹੁ ਸੁਧ ਮਰਦਾਨਾ, ਮਰਦਾਨਾ ਜੀ ਖਬਰ ਦਿਓ ਹਾਂ ਕਿਹੋ ਜਿਹਾ ਸਵਾਦ ਹੈ ਜੀ। ਮੁਸਕ ਮਨਾਕ ਭਨੇ ਬਚੈ ਸੇ, ਤੇ ਮਰਦਾਨਾ ਥੋੜਾ ਜਿਹਾ ਮੁਸਕਰਾ ਕੇ ਹੱਸ ਕੇ ਮੁਖ ਤੋਂ ਬਚਨ ਕਹਿੰਦਾ ਹੈ, ਕੈਸੇ ਕਰੋ ਬਖਾਨਾ, ਗਰੀਬ ਨਵਾਜ ਮੈਂ ਕਿਸ ਤਰੀਕੇ ਦੇ ਨਾਲ ਮੁਖ ਤੋਂ ਬਖਿਆਨ ਕਰਕੇ ਦੱਸਾਂ ਸਵਾਦ ਨੂੰ। ਸੁਨਿਓ ਸੁਦਾ ਪਰ ਪਸਯੰਤ ਨਾ ਕਬਹੂ, ਮਹਾਰਾਜ ਮੈਂ ਸੁਣਿਆ ਹੈ ਵੀ ਅੰਮ੍ਰਿਤ ਹੁੰਦਾ ਹੈ, ਪਰ ਮੈਂ ਦੇਖਿਆ ਨਹੀਂ ਕਦੀ। ਸਾਧ ਬਨਿਓ ਹੈ ਸੋ, ਤੇ ਮਹਾਰਾਜ ਬਸ ਇਹ ਕਹਿ ਸਕਦਾ ਵੀ ਅੰਮ੍ਰਿਤ ਵਰਗਾ ਸਵਾਦ ਹੈ, ਐਸਾ ਸੁੰਦਰ ਭੋਜਨ ਬਣਿਆ ਹੈ ਜੀ। ਅੰਤਰਜਾਮੀ ਜਾਣਹੁ ਤੁਮ ਸਭ, ਤੁਸੀਂ ਜਾਣੀ ਜਾਣ ਹੋ, ਅੰਤਰ ਦੀ ਜਾਣਦੇ ਹੋ, ਤੁਸੀਂ ਸਭ ਕੁਝ ਜਾਣਦੇ ਹੋ ਜੀ। ਵਰਤ ਹੈ ਉਰਮਹਿ ਜੋ ਕੁਝ ਮੇਰੇ ਹਿਰਦੇ 'ਚ ਵਰਤਦਾ ਤੁਸੀਂ ਸਭ ਕੁਝ ਜਾਣ ਲੈਂਦੇ ਹੋ। ਲਾਲੋ ਬਿਨੈ ਸੁਨਾਈ ਸੁਨ ਕੈ, ਇਸ ਪ੍ਰਕਾਰ ਲਾਲੋ ਨੇ ਬੇਨਤੀ ਕੀਤੀ ਸੁਣ ਕੇ। ਵਡਿਆਇਨ ਕੀ ਵਡਿਆਈ, ਉਹ ਕਹਿਣ ਲੱਗਾ ਜੀ ਮਹਾਰਾਜ ਵੱਡਿਆਂ ਦੀ ਵਡਿਆਈ ਹੈ। ਭਾਉ ਪੁਰਖ ਮੈਂ ਦੇਖਤ ਹਿਤ ਕਰ, ਕਿਉਂਕਿ ਵੱਡੇ ਪੁਰਖ ਹਮੇਸ਼ਾ ਪ੍ਰੇਮ ਦੇਖਦੇ ਹਨ ਮਨ ਦਾ। ਅਸਨ ਵਿਚਾਰ ਨਾ ਕਾਈ, ਭੋਜਨ ਦੀ ਵਿਚਾਰ ਨਹੀਂ ਕਰਦੇ ਬਲਕਿ ਹਿਰਦੇ ਦਾ ਪਿਆਰ ਹੀ ਜਿਹੜਾ ਪਛਾਣ ਲੈਂਦੇ ਹਨ। ਦੋਹਰਾ ਭਾਜੀ ਲੀਨੀ ਬਿਦਰ ਕੀ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ, ਪ੍ਰੇਮ ਦਾ ਹੀ ਭੁੱਖਾ ਹੁੰਦਾ। ਕਹਿੰਦੇ ਨੇ ਬਿਦਰ ਸੀ, ਸੋ ਕਹਿੰਦੇ ਨੇ ਇਸ ਪ੍ਰਕਾਰ ਦੁਰਯੋਧਨ ਦੇ ਮਹਿਲ ਮਨਾਰੇ ਰਾਜ ਭਾਗ ਦੇ ਛੱਡ ਕੇ ਭਗਵਾਨ ਕ੍ਰਿਸ਼ਨ ਜੀ ਨੇ ਜਾ ਕੇ ਬਿਦਰ ਦਾਸੀ ਦਾ ਗੋਲੀ ਦਾ ਪੁੱਤਰ ਸੀ, ਉਹਦੇ ਘਰੋਂ ਜਾ ਕਰਕੇ ਅਲੂਣਾ ਸਾਗ ਹੀ ਖਾਧਾ ਸੀ। ਕਹਿੰਦੇ ਪ੍ਰੇਮ ਪਛਾਣਿਆ ਸੀ। ਦੁਰਯੋਧਨ ਤਜ ਰਾਜ, ਦੁਰਯੋਧਨ ਦਾ ਰਾਜ ਭਾਗ ਛੱਡ ਦਿੱਤਾ ਸੀ। ਦਿਜ ਬਰ ਕੇ ਤੁੰਦਲ ਲਏ, ਤੋ ਭਗਵਾਨ ਕ੍ਰਿਸ਼ਨ ਜੀ ਨੇ ਆਪਣੇ ਦੋਸਤ ਸੁਦਾਮੇ ਬ੍ਰਾਹਮਣ ਦੇ ਕਹਿੰਦੇ ਕੱਚੇ ਚੌਲ ਹੀ ਚੱਬਲੇ ਸਨ। ਇਸ ਤਰ੍ਹਾਂ ਬਿਰਦ ਗਰੀਬ ਨਿਵਾਜ, ਕਿਉਂਕਿ ਵੱਡਿਆਂ ਲੋਕਾਂ ਦਾ ਮਹਾਰਾਜ ਇਹ ਬਿਰਦ ਹੁੰਦਾ, ਪਰਨ ਫਰਜ਼ ਹੁੰਦਾ ਕਿ ਗਰੀਬਾਂ ਨੂੰ ਨਿਵਾਜਣਾ ਹੈ। ਜਾਤ ਭੀਲਨੀ ਨੀਚ ਕੇ, ਤੋ ਦੇਖੋ ਭੀਲਣੀ ਨੀਚ ਜਾਤ ਮੰਨੀ ਜਾਂਦੀ ਹੈ। ਝੂਠੇ ਲੀਨੇ ਬੇਰ, ਉਹਦੇ ਝੂਠੇ ਬੇਰ ਭਗਵਾਨ ਰਾਮ ਜੀ ਨੇ ਛਕ ਲਏ ਸਨ। ਕੇਵਲ ਭਾਵ ਸੁਭਾਵਈ, ਤੋ ਸਿਰਫ ਕਹਿੰਦੇ ਭਾਵਨਾ ਜੋ ਹੈ, ਭਾਵ ਪ੍ਰੇਮ ਹੀ ਹਿਰਦੇ ਦਾ ਜਿਹੜਾ ਇਹ ਚੰਗਾ ਲੱਗਦਾ ਵੱਡਿਆਂ ਮਹਾਂਪੁਰਸ਼ਾਂ ਨੂੰ। ਗੁਣ ਅਵਗੁਣ ਨਹਿ ਹੇਰ, ਉਹ ਗੁਣ ਜਾਂ ਔਗੁਣ ਨਹੀਂ ਵੇਖਦੇ, ਪ੍ਰੇਮ ਪਛਾਣਦੇ ਹਨ। ਮਹਾਰਾਜ ਤੁਸੀਂ ਮੇਰਾ ਪ੍ਰੇਮ ਪਛਾਣਿਆ ਹੈ। ਦਵਈਆ ਛੰਦ ਬਿਗਸੇ ਸ੍ਰੀ ਨਾਨਕ ਮੁਖ ਭਾਖੀ, ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੱਸ ਪਏ ਤੇ ਮੁਖ ਤੋਂ ਬਚਨ ਕੀਤਾ। ਸੁਦਾ ਅਸਨ ਮਹਿ ਪਾਵਾ, ਮਹਾਰਾਜ ਕਹਿੰਦੇ ਹਨ ਭਾਈ ਭੋਜਨ ਦੇ ਵਿੱਚ ਤੇ ਅੰਮ੍ਰਿਤ ਹੀ ਪਾਇਆ ਹੋਇਆ ਤੁਸਾਂ। ਇਸ ਮਹਿ ਤੇ ਆਵਤ ਅਸ, ਇਸ ਭੋਜਨ ਦੇ ਵਿੱਚੋਂ ਐਸਾ
ਅੰਮ੍ਰਿਤ ਦਾ ਸਵਾਦ ਆ ਰਿਹਾ ਹੈ। ਸਾਦਾ ਭੋਜਨ ਭਲੋ ਬਨਾਵਾ, ਬੜਾ ਸੋਹਣਾ ਸਾਦਾ ਤੇ ਬੜਾ ਚੰਗਾ ਭੋਜਨ ਤਿਆਰ ਕੀਤਾ ਹੋਇਆ ਹੈ। ਹਾਥ ਬੰਦ ਅਬ ਬੰਦਤ ਲਾਲੋ, ਭਾਈ ਲਾਲੋ ਨੇ ਹੱਥ ਜੋੜੇ ਤੇ ਦਿਲੋਂ ਲਾ ਕੇ ਨਮਸਕਾਰ ਗੁਰੂ ਨਾਨਕ ਦੇ ਚਰਨਾਂ ਤੇ ਕੀਤੀ ਹੈ। ਪਦ ਅਰਬਿੰਦ ਮੁਕੰਦਾ, ਮੁਕਤੀ ਦਾਤਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਸੀਸ ਰੱਖ ਦਿੱਤਾ। ਜਨਮ ਜਨਮ ਕੇ ਕਲਮਲ ਖੋਏ, ਜਨਮਾਂ ਜਨਮਾਤਰਾਂ ਦੇ ਜਿੰਨੇ ਪਾਪ ਸੀ ਸਾਰੇ ਦੂਰ ਕਰ ਲਏ ਗੁਰੂ ਨਾਨਕ ਦੇ ਚਰਨਾਂ ਨੂੰ ਛੋਹ ਕੇ। ਭਾਵ ਬੰਧਨ ਕਰ ਮੰਦਾ, ਤੋ ਜਿਹੜਾ ਇਹ ਸੰਸਾਰ ਦੇ ਬੰਧਨ ਸਾਰੇ ਮੰਦ ਕਰਤੇ ਦੂਰ ਕਰ ਦਿੱਤੇ। ਸਵਈਆ ਆਜ ਕੀਓ ਕਿਰਤਾਰਥ ਮੋਕੋ, ਹੱਥ ਜੋੜ ਕੇ ਕਹਿੰਦਾ ਮਹਾਰਾਜ ਅੱਜ ਮੈਨੂੰ ਸਫਲ ਕਰ ਦਿੱਤਾ ਹੈ ਸਤਿਗੁਰੂ ਜੀ ਆਪ ਜੀ ਨੇ। ਸ੍ਰੀ ਗੁਰੂ ਨਾਨਕ ਭੋਗਤ ਦਾਈ, ਧੰਨ ਗੁਰੂ ਨਾਨਕ ਸਾਹਿਬ ਜੀ ਤੁਸੀਂ ਤਾਂ ਮੁਕਤੀ ਦੇ ਦਾਤੇ ਹੋ ਜੀ, ਕਿਰਪਾ ਕੀਤੀ ਮੇਰੇ ਤੇ। ਕੂਪ ਵਿਖੇ ਹਮ ਬੂਡਤ ਥੇ, ਇਹ ਗਰੀਬ ਨਵਾਜ ਅਸੀਂ ਤਾਂ ਡੁੱਬ ਰਹੇ ਇਸ ਸੰਸਾਰ ਦੇ ਵਿੱਚ। ਕਰਨਾ ਕਰਕੇ ਤੁਮ ਲੀਨ ਬਚਾਈ, ਇਹ ਅੰਧਕੂਪ ਸੰਸਾਰ ਨੂੰ ਕਿਹਾ ਤੁਸੀਂ ਕਿਰਪਾ ਕਰਕੇ ਸਾਨੂੰ ਬਚਾ ਲਿਆ ਹੈ। ਪੂਰਨ ਰੂਪ ਪਰਮਾਤਮ ਹੋ, ਤੁਸੀਂ ਮਹਾਰਾਜ ਪੂਰਨ ਪ੍ਰਮਾਤਮਾ ਦਾ ਹੀ ਰੂਪ ਹੋ ਜੀ। ਨਿਜ ਦਾਸਨ ਕੇ ਨਿਤ ਹੋਤ ਸਹਾਈ, ਨਿਤ ਪ੍ਰਤੀ ਸੇਵਕਾਂ ਦੀ ਸਹਾਇਤਾ ਕਰਨ ਵਾਲੇ ਆਪ ਹੋ ਜੀ। ਜਿਉ ਕਹਿ ਕੇ ਪਦ ਕੋ ਗਹਿ ਕੇ, ਇਉਂ ਕਹਿ ਕਰਕੇ ਗੁਰੂ ਸਾਹਿਬ ਚਰਨਾਂ ਨੂੰ ਪਕੜ ਕੇ ਅਤ ਦੀਨਤ ਸੋ ਤਿਨ ਗਰੀਬ ਨਿਵਾਈ, ਉਹ ਬੜੀ ਦੀਨਤਾ ਅਧੀਨਗੀ ਦੇ ਨਾਲ ਆਪਣਾ ਸੀਸ ਨਵਾਇਆ ਗੁਰੂ ਅੱਗੇ। ਉਪਰ ਸੀਸ ਉਠਾਵਹਿ ਨਾ, ਤੋ ਇਸ ਪ੍ਰਕਾਰ ਫਿਰ ਆਪਣਾ ਸਿਰ ਗੁਰੂ ਸਾਹਿਬ ਦੇ ਚਰਨਾਂ ਤੋਂ ਚੁੱਕਦਾ ਨਹੀਂ ਹੈ। ਜਬ ਸ੍ਰੀ ਗੁਰ ਹਾਥ ਧਰਾ ਸਿਰ ਤਾਹੀ, ਧੰਨ ਸਤਿਗੁਰੂ ਨਾਨਕ ਸਾਹਿਬ ਨੇ ਜਦੋਂ ਇਹਦੇ ਸਿਰ ਤੇ ਹੱਥ ਰੱਖ ਦਿੱਤਾ ਤਾਂ ਛੂਵਤ ਹਾਥ ਕੁਪਾਟ ਖੁੱਲੇ ਤਿਹੋ, ਤੋ ਕਹਿੰਦੇ ਗੁਰੂ ਸਾਹਿਬ ਦਾ ਹੱਥ ਛੂੰਹਦਿਆਂ ਹੀ ਇਸ ਦੇ ਕੁਆੜ ਖੁੱਲ ਗਏ। ਪੜਦੇ ਜਿਹੜੇ ਸੀ ਗੁਰੂ ਬਾਣੀ ਦੇ ਵਿੱਚ ਲਿਖਿਆ ਹੈ, ਆਸਾ ਅੰਦੇਸਾ ਦੋਏ ਪੱਟ ਜੜੇ, ਜੋ ਮਨ ਦੇ ਸ਼ੰਕੇ ਸੁਬੇ ਸੀ ਕੁਆੜ ਖੁੱਲ ਗਏ ਇਸ ਦੇ, ਇਸ ਨੂੰ ਪ੍ਰਕਾਸ਼ ਹੋ ਗਿਆ ਹੈ। ਲੋਕਨ ਕੀ ਸੁਧ ਭੀ ਮਨ ਮਾਹੀ, ਸਾਰੇ ਲੋਕਾਂ ਦੀ ਇਸ ਨੂੰ ਖਬਰ ਹੋ ਗਈ ਸਾਧ ਸੰਗਤ ਇਹ ਮੇਰੇ ਗੁਰੂ ਸਾਹਿਬ ਜੀ ਦੀ ਵਡਿਆਈ ਹੈ। ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਪ੍ਰਸੰਗ ਆਉਂਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰ ਕਿਹਾ ਸੀ ਕੋਈ ਐਸਾ ਗੁਰੂ ਦਾ ਸਿੰਘ ਹੋਵੇ ਜਿਸ ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਹੋਣ ਤੇ ਮੈਂ ਦਰਸ਼ਨ ਕਰਨੇ ਹਨ। ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਫਿਰ ਐਸਾ ਗੁਰੂ ਦਾ ਸਿੰਘ ਕਸ਼ਮੀਰ ਦੇ ਇਲਾਕੇ ਦੇ ਵਿੱਚੋਂ ਮਿਲਿਆ ਸੀ। ਤੇ ਜਦੋਂ ਇਸ ਪ੍ਰਕਾਰ ਸੋ ਸ਼ੇਰੇ ਪੰਜਾਬ ਨੇ ਬੁਲਾ ਕੇ ਦਰਸ਼ਨ ਕੀਤੇ ਤਾਂ ਪੁੱਛਿਆ ਵੀ ਗੁਰੂ ਸਾਹਿਬ ਦਾ ਬਚਨ ਦੱਸੋ। ਤਾਂ ਉਹਨਾਂ ਨੇ ਦੱਸਿਆ ਸੀ, ਕਹਿੰਦੇ ਵੀ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਚਰਨੀ ਹੱਥ ਨਹੀਂ ਸੀ ਲਵਾਉਂਦੇ। ਇੱਕੋ ਹੀ ਸਮਾਂ ਹੁੰਦਾ ਸੀ ਜਦੋਂ ਕੋਈ ਵੀ ਗੁਰਮੁਖ ਗੁਰਸਿੱਖ ਜਿਹੜਾ ਸੀ ਗੁਰੂ ਸਾਹਿਬ ਦੇ ਚਰਨਾਂ ਨੂੰ ਛੋਹ ਸਕਦਾ ਸੀ। ਉਹ ਸਮਾਂ ਸੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਸੋ ਤਿਆਰ ਹੁੰਦੇ ਘੋੜੇ ਤੇ ਸਵਾਰ ਹੋਣ ਵਾਸਤੇ, ਘੋੜਾ ਤਿਆਰ ਹੋ ਕੇ ਆ ਜਾਂਦਾ, ਖੱਬੀ ਰਕਾਬ ਵਿੱਚ ਗੁਰੂ ਸਾਹਿਬ ਖੱਬਾ ਚਰਨ ਰੱਖ ਕਰਕੇ ਜਦੋਂ ਘੋੜੇ ਤੇ ਉਛਲ ਕਰਕੇ ਹਜ਼ੂਰ ਸਵਾਰ ਹੁੰਦੇ, ਜਿਹੜਾ ਕੋਈ ਗੁਰੂ ਦਾ ਸਿੰਘ ਸੱਜੇ ਪਾਸੇ ਰਕਾਬ ਕੋਲ ਖੜਾ ਹੋਵੇ ਗੁਰੂ ਸਾਹਿਬ ਦੇ ਚਰਨ ਨੂੰ ਪਕੜ ਕਰਕੇ ਰਕਾਬ ਵਿੱਚ ਪਾ ਸਕਦਾ ਸੀ। ਬਸ ਇੱਕ ਸਮਾਂ ਸੀ ਜਦੋਂ ਗੁਰੂ ਸਾਹਿਬ ਦੇ ਚਰਨਾਂ ਨੂੰ ਕੋਈ ਛੋਹ ਸਕਦਾ ਸੀ। ਸ਼ੇਰੇ ਪੰਜਾਬ ਨੇ ਪੁੱਛਿਆ ਸੀ ਵੀ ਭਾਈ ਸਾਹਿਬ ਜੀ ਖਾਲਸਾ ਜੀ ਕਦੇ ਤੁਸਾਂ ਨੂੰ ਸੁਭਾਗ ਪ੍ਰਾਪਤ ਹੋਇਆ? ਕਹਿੰਦਾ ਹਾਂ ਜੀ ਮੈਨੂੰ ਵੀ ਸਭਾ ਮਿਲਿਆ ਸੀ। ਕਹਿੰਦੇ ਫਿਰ ਦੱਸ? ਕਹਿੰਦਾ ਜੀ ਬਸ ਜਦੋਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਚਰਨ ਪਕੜ ਕਰਕੇ ਰਗਾਬ ਵਿੱਚ ਪਾਉਣ ਲਈ ਗੁਰੂ ਸਾਹਿਬ ਦੇ ਚਰਨਾਂ ਨੂੰ ਜਦੋਂ ਹੱਥ ਛੋਹਿਆ ਨਾ ਤੇ ਕਹਿੰਦੇ ਉਸ ਵੇਲੇ ਇੰਜ ਹੋ ਗਿਆ ਜਿਵੇਂ ਸਰੀਰ ਨੂੰ ਕਰੰਟ ਲੱਗਦਾ ਹੈ। ਸਾਰੇ ਸਰੀਰ ਵਿੱਚ ਇੱਕ ਐਸੀ ਚਰਨਾਹਟ ਫਿਰ ਕਰਕੇ ਕੁਆੜ ਖੁੱਲ ਗਏ ਤੇ ਮੇਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦੀ ਛੋਹ ਐਸੀ ਕਹਿੰਦੇ ਨੇ ਪ੍ਰਬਲ ਸੀ। ਤਾਂ ਕਹਿੰਦੇ ਮੈਂ ਵੀ ਇਸ ਤਰ੍ਹਾਂ ਦਾ ਛੋਹ ਨੂੰ ਪ੍ਰਾਪਤ ਕੀਤਾ ਸੀ। ਉਹੀ ਜੋਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜਿਸਲੇ ਗੁਰੂ ਸਾਹਿਬ ਨੇ ਸੀਸ ਤੇ ਹੱਥ ਰੱਖ ਦਿੱਤਾ ਭਾਈ ਲਾਲੋ ਦੇ, ਇਹਦੇ ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਪੰਕਜ ਪਾਨ ਮੁਕੰਦ ਕੇ ਲਾਗਤ, ਤੋ ਜਦੋਂ ਹਸਤ ਕਮਲ ਗੁਰੂ ਨਾਨਕ ਸਾਹਿਬ ਦੇ ਲੱਗਦਿਆਂ ਸਾਰ ਹੀ ਭਾ ਜੋ ਆਨੰਦ ਨਾ ਜਾਏ ਸੋ ਪ੍ਰਾਹੀ, ਜਿਹੜਾ ਆਨੰਦ ਪ੍ਰਾਪਤ ਹੋਇਆ ਨਾ ਹੁਣ ਕਹਿੰਦੇ ਭਾਈ ਲਾਲੋ ਜੀ ਕੋਲ ਉਹ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਹੈ। ਪੂਰਨ ਸੋ ਮਿਲ ਪੂਰਨ ਭਾਵ, ਤੋ ਕਵੀ ਜੀ ਕਹਿੰਦੇ ਪੂਰੇ ਗੁਰੂ ਨੂੰ ਮਿਲ ਕੇ ਤੇ ਪੂਰਾ ਹੀ ਹੋ ਗਿਆ, ਗੁਰੂ ਦਾ ਸਰੂਪ ਹੋ ਗਿਆ। ਭਾਵ ਪੂਰਨ ਆਤਮ ਹੀ ਦਰਸਾਈ, ਸਾਰੇ ਸੰਸਾਰ ਦੇ ਵਿੱਚ ਇਸ ਨੂੰ ਆਪਣਾ ਆਤਮਾ ਜਿਹੜਾ ਸਾਰੇ ਹੀ ਵਿਆਪਕ ਦਿਸਣ ਲੱਗ ਪਿਆ। ਆਪਣੀ ਆਤਮਾ ਦਾ ਦਰਸ਼ਨ ਕਰਕੇ ਸਾਰੇ ਪਾਸੇ ਇਹਨੂੰ ਆਪਣੀ ਰੂਹ ਦਿਸਦੀ ਹੈ। ਦਿਨ ਤੀਨ ਰਹੇ ਤਿਹ ਭੌਨ ਵਿਖੇ, 3 ਕੁ ਦਿਨ ਮੇਰੇ ਸਤਿਗੁਰੂ ਜੀ ਭਾਈ ਲਾਲੋ ਦੇ ਘਰ ਵਿੱਚ ਰਹੇ ਹਨ। ਭਲ ਭਾਂਤ ਦਲੇ ਦੁਖ ਕੀਨ ਨਿਹਾਲਾ, ਨਿਹਾਲ ਕੀਤਾ, ਸੋਹਣੇ ਤਰੀਕੇ ਨਾਲ ਸਾਰੇ ਦੁੱਖ
ਦੂਰ ਕਰ ਦਿੱਤੇ ਹਨ। ਮਨ ਚੀਨ ਲਈ ਮਹਿਮਾ ਗੁਰ ਕੀ, ਭਾਈ ਲਾਲੋ ਨੇ ਧੰਨ ਸਤਿਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਨੂੰ ਜਾਣ ਲਿਆ ਹੈ ਜੀ। ਪਦ ਪੰਕਜ ਸੇਵ ਕਰੰਤ ਵਿਸਾਲਾ, ਧੰਨ ਗੁਰੂ ਸਾਹਿਬ ਦੇ ਚਰਨਾਂ ਕਮਲਾਂ ਦੀ ਬੜੇ ਪ੍ਰੇਮ ਨਾਲ ਸੇਵਾ ਕਰਦਾ ਹੈ। ਲਿਵ ਲਾਗ ਅਨਾਹਦ ਕੀ ਧੁਨ ਸੋ, ਤਾਂ ਇਹ ਕੀ ਕਰਦਾ ਹੈ, ਕੀ ਪਛਾਣਿਆ ਗੁਰੂ ਨਾਨਕ ਦੀ ਬਖਸ਼ਿਸ਼ ਕੀ ਹੋਈ ਹੈ। ਇਸ ਦੀ ਲਿਵ ਲੱਗ ਗਈ ਲਗਾਤਾਰ ਦਿਨੇ ਰਾਤ, ਤੇ ਇਹਦੀ ਲਿਵ ਬਣੀ ਆ ਕਹਿੰਦੇ ਅਨਾਹਦ ਨਾਦ, ਜਿਹੜਾ ਅਨਹਦ ਧੁਨ ਜਿਹੜੀ ਆ ਇਸ ਨੂੰ ਸੁਣਨ ਲੱਗ ਪਈ ਹੈ। ਅਨਾਹਦ ਨਾਦ ਇਹ ਐਸਾ ਇੱਕ ਆਨੰਦ ਹੈ ਸਾਧ ਸੰਗਤ, ਕਥਨ ਕਹਿਣ ਤੋਂ ਬਾਹਰ ਹੈ। ਜਿਨ੍ਹਾਂ ਤੇ ਗੁਰੂ ਕਿਰਪਾ ਕਰਦੇ ਉਹਨਾਂ ਨੂੰ ਦਾਤ ਮਿਲਦੀ ਹੈ। ਜਦੋਂ ਇਹ ਦਾਤ ਮਿਲ ਜਾਵੇ ਉਦੋਂ ਉਹ ਜਿਹੜਾ ਪ੍ਰਾਣੀ ਹੈ ਨਾ ਉਹ ਜੀਵਨ ਮੁਕਤ ਹੋ ਜਾਂਦਾ ਹੈ। ਤੇ ਮੇਰੇ ਅਨਹਦ ਧੁਨ ਬਾਜੇ ਨਿਤ ਬਾਜੇ ਗਾਈ ਸਤਿਗੁਰੂ ਬਾਣੀ, ਇਹ ਗੁਰੂ ਦੀ ਬਾਣੀ ਦੇ ਵਿੱਚ ਬਚਨ ਆਉਂਦੇ ਹਨ। ਤਾਂ ਇਸ ਨੂੰ ਇੱਕ ਐਸੀ ਅਨਾਹਦ ਜਿਸ ਦੀ ਹੱਦ ਨਹੀਂ, ਭਾਵ ਜਦੋਂ ਕਦੇ ਰੁਕਣ ਵਾਲੀ ਨਹੀਂ, ਉਹ ਐਸੀ ਇੱਕ ਸੰਗੀਤਮਈ ਧੁਨ ਹੈ, ਇਲਾਹੀ ਕੀਰਤਨ ਹੈ, ਜਿਹੜਾ ਉਸ ਨੂੰ ਸੁਣ ਲੱਗ ਪੈਂਦਾ ਹੈ। ਫਿਰ ਦਿਨੇ ਰਾਤ ਉਸ ਦੀ ਸੁਰਤ ਲੱਗੀ ਰਹਿੰਦੀ ਹੈ। ਜਿਸ ਨੂੰ ਇਹ ਆਨੰਦ ਆ ਜਾਏ, ਬਖਸ਼ਿਸ਼ ਮਿਲ ਜਾਏ, ਅਵਸਥਾ ਬਣ ਜਾਏ। ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਕਹਿੰਦੇ 5 ਮਿੰਟ ਜਿਹੜਾ ਧਿਆਨ ਲਾ ਕੇ ਇਸ ਧੁਨ ਨੂੰ ਸੁਣ ਲਵੇ ਨਾ, 24 ਘੰਟੇ ਦੀ ਸਾਰੀ ਥਕਾਵਟ ਉਸ ਦੀ ਲੱਥ ਜਾਂਦੀ, ਦੂਰ ਹੋ ਜਾਂਦੀ ਹੈ, ਨਵਾਂ ਨਰਾਵਾ ਹੋ ਜਾਂਦਾ ਹੈ। ਐਸੀ ਬਖਸ਼ਿਸ਼ ਹੈ ਇਸ ਆਨੰਦ ਦੇ ਵਿੱਚ। ਤੋ ਇਹ ਦਾਤ ਮੇਰੇ ਸਤਿਗੁਰੂ ਨਾਨਕ ਸਾਹਿਬ ਨੇ ਬਖਸ਼ਿਸ਼ ਕਰ ਦਿੱਤੀ ਭਾਈ ਲਾਲੋ ਜੀ ਨੂੰ। ਬਿਨ ਸੇ ਭਵ ਬੰਧਨ ਔ ਜਮ ਜਾਲਾ, ਜਿਹੜੇ ਜਮਾਂ ਦੇ ਜਾਲ ਸੀ ਮੌਤ ਦੇ, ਤੇ ਸੰਸਾਰ ਦੇ ਬੰਧਨ ਸੀ ਜਨਮ ਮਰਨ ਦੇ, ਸਭ ਦੂਰ ਕਰ ਦਿੱਤੇ ਹਨ। ਪੁਨ ਆਨ ਸਥਾਨਹਿ ਜਾਵਨ ਕੀ ਮਨ ਮਾਹੇ, ਧੰਨ ਗੁਰੂ ਸਾਹਿਬ ਜੀ ਨੇ ਹੋਰ ਥਾਂ ਤੇ ਜਾਣ ਦੀ ਖਟੀ ਬਿਦ ਰੂਪ ਕਿਰਪਾਲਾ, ਮੇਰੇ ਸਤਿਗੁਰੂ ਜੀ ਨੇ ਮਿਥ ਲਈ ਹੈ ਭਈ ਹੋਰ ਕਿਸੇ ਪਾਸੇ ਚਲੀਏ ਹੁਣ। ਦੋਹਰਾ ਮਰਦਾਨੇ ਸੋ ਬੂਝਹੀ, ਮਰਦਾਨੇ ਨੂੰ ਪੁੱਛਦੇ ਹਨ ਗੁਰੂ ਨਾਨਕ ਸਾਹਿਬ ਮਹਾਰਾਜ, ਕਿਤ ਚਲਬੇ ਕੀ ਚਾਹੇ, ਕਹਿੰਦੇ ਮਰਦਾਨਾ ਭਈ ਦੱਸ ਹੁਣ ਹੋਰ ਕਿੱਧਰ ਪਾਸੇ ਚਲੀਏ ਅੱਗੇ। ਕੇਤ ਭਗਤ ਵਿਸਤਾਰ ਕੋ, ਭਗਤੀ ਦਾ ਵਿਸਤਾਰ ਕਰਨ ਵਾਸਤੇ ਆਨ ਕਾਜ ਕਸ ਨਾਹੇ, ਹੋਰ ਸਾਡਾ ਕੋਈ ਕੰਮ ਨਹੀਂ, ਅਸੀਂ ਤਾਂ ਭਗਤੀ ਫੈਲਾਉਣੀ ਹੈ। ਜੀਵਾਂ ਦੇ ਮਨਾਂ ਵਿੱਚ ਸੱਚੇ ਪਰਮੇਸ਼ਵਰ ਦੀ ਭਗਤੀ ਜਣੀ ਹੈ, ਇਹ ਅਸਾਂ ਨੇ ਬਖਸ਼ਿਸ਼ਾਂ ਕਰਨੀਆਂ ਹਨ। ਸਵਈਆ ਭੋ ਪ੍ਰਭ ਜੀ ਤੁਮ ਅੰਤਰ ਕੀ ਗਤ ਜਾਣਨ ਹਾਰ, ਅਹੋ ਮਮ ਰਾਈ, ਇਹ ਮੇਰੇ ਰਾਜਾ ਰੂਪ ਗੁਰੂ ਨਾਨਕ ਸਾਹਿਬ ਜੀ, ਤੁਸੀਂ ਸਾਰਿਆਂ ਦੇ ਮਨਾਂ ਦੀ ਜਾਣਨ ਵਾਲੇ ਹੋ ਜੀ। ਬੂਝ ਲਿਓ ਮਨ ਮੋਰ ਮਨੋਰਥ, ਮੇਰੇ ਮਨ ਦਾ ਸੰਕਲਪ ਤੁਸਾਂ ਨੇ ਸਮਝ ਲਿਆ ਹੈ। ਜਿਤ ਚਾਹੇ ਚਲੋ ਤਿਹ ਜਾਈ, ਜਿੱਧਰ ਆਪ ਜੀ ਦੀ ਇੱਛਾ ਮਹਾਰਾਜ ਉਧਰੇ ਚਲੋ ਆਪ ਜੀ। ਨਿੰਦ ਕਰੇ ਬਿਨ ਬਿੰਦ ਇਹਾਂ ਨਰ, ਇੱਥੇ ਮਹਾਰਾਜ ਜਿੰਨੇ ਲੋਕ ਨੇ, ਕਿਉਂਕਿ ਉਸ ਵੇਲੇ ਜ਼ਿਆਦਾਤਰ ਬ੍ਰਾਹਮਣ ਲੋਕਾਂ ਨੇ ਇਹੋ ਹੀ ਪ੍ਰਚਾਰ ਕੀਤਾ ਸੀ ਭਾਈ ਬ੍ਰਾਹਮਣ ਉੱਚੇ ਨੇ, ਖੱਤਰੀ ਉੱਚੇ ਨੇ, ਵੈਸ਼ ਲੋਕ ਸਾਦੇ ਨੇ, ਸ਼ੂਦਰ ਜਿਹੜੇ ਨੇ ਇਹ ਲੋਕ ਸਭ ਤੋਂ ਨੀਵੇਂ ਹਨ, ਭ੍ਰਿਸ਼ਟ ਨੇ, ਇਹਨਾਂ ਦਾ ਪਰਛਾਵਾਂ ਨਹੀਂ ਲੈਣਾ। ਤੇ ਭਾਈ ਲਾਲੋ ਜੀ ਨੂੰ ਸ਼ੂਦਰ ਗਿਣਤੀ ਕਰਦੇ ਸਨ ਵੀ ਇਹ ਤਰਖਾਣ ਹੈ, ਰਾਮਗੜੀਆ ਹੈ, ਇਸ ਤਰੀਕੇ ਦੇ ਨਾਲ। ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਹੀ ਉੱਥੇ ਕੀਤੀ ਹੈ, ਸ਼ੁਰੂ ਜਿਹਨੂੰ ਲੋਕ ਨਫ਼ਰਤ ਕਰਦੇ ਸਨ। ਤੇ ਜਦੋਂ ਗੁਰੂ ਨਾਨਕ ਸਾਹਿਬ ਭਾਈ ਲਾਲੋ ਜੀ ਦੇ ਘਰ ਵਿੱਚ ਗਏ ਨੇ, ਇੱਥੇ ਦੇ ਰਹਿਣ ਵਾਲੇ ਲੋਕਾਂ ਦੇ ਵਿੱਚ ਇਹੋ ਹੀ ਪ੍ਰਚਾਰ ਹੋ ਗਿਆ ਭਈ ਸਾਹਿਬ ਗੁਰੂ ਨਾਨਕ ਸ਼ੂਦਰਾਂ ਦੇ ਘਰ ਵਿੱਚ ਆਏ ਨੇ। ਇਉਂ ਕਹਿੰਦੇ ਨੇ। ਮਰਦਾਨਾ ਕਹਿੰਦਾ ਮਹਾਰਾਜ ਇਹ ਸਾਰੇ ਲੋਕ ਨਿੰਦਿਆ ਕਰਦੇ ਨੇ, ਮਹਾਰਾਜ ਇੱਥੇ ਨਹੀਂ ਰਹਿਣਾ ਆਪਾਂ। ਮੰਦਮਤੀ ਗਤ ਪੰਧ ਭੁਲਾਈ, ਮਹਾਰਾਜ ਮੁਕਤੀ ਦਾ ਰਾਹ ਭੁਲਾ ਕਰਕੇ ਮੰਦੀ ਮਤ ਵਾਲੇ ਲੋਕ ਹਨ ਇੱਥੇ। ਜੋ ਤੁਮਰੇ ਉਰ ਸੋ ਤੁਮ ਜਾਣੋ, ਜੋ ਤੁਹਾਡੇ ਹਿਰਦੇ ਵਿੱਚ ਆ ਤੁਸੀਂ ਜਾਣਦੇ ਹੋ ਸਤਿਗੁਰੂ ਜੀ। ਮੋਹ ਉਰ ਲਾਗਤ ਹੈ ਦੁਖਦਾਈ, ਮਹਾਰਾਜ ਮੇਰੇ ਮਨ ਨੂੰ ਤੇ ਬੜੀ ਦੁਖਦਾਈ ਗੱਲ ਲੱਗਦੀ ਹੈ ਇਹ ਜਿਹੜੇ ਲੋਕ ਇਸ ਤਰੀਕੇ ਨਾਲ ਕਹਿੰਦੇ ਹਨ। ਸ੍ਰੀ ਮੁਖ ਤੇ ਪੁਨ ਬੈਨ ਭਨੇ, ਧੰਨ ਸਤਿਗੁਰੂ ਸਾਹਿਬ ਨੇ ਸੁਭਾਏਮਾਨ ਮੁਖ ਤੋਂ ਬਚਨ ਕੀਤੇ ਹਨ। ਅਬ ਲੋ ਬਿਦਾ ਗਵਨੇ ਮਰਦਾਨਾ, ਉਹ ਕਹਿੰਦੇ ਨੇ ਹੁਣ ਮਰਦਾਨਿਆਂ ਜੀ ਆਪਾਂ ਵਿਦਾ ਲੈ ਕਰਕੇ ਅੱਗੇ ਚਲੀਏ। ਹੋਤ ਭਲੋ ਰਹਿਬੋ ਤਹੀ, ਤੋ ਉੱਥੇ ਰਹਿਣਾ ਚੰਗਾ ਹੁੰਦਾ ਹੈ। ਸਤ ਸੰਗਤ ਕੋ ਮਿਲਬੋ ਜਿਹ ਥਾਨਾ, ਜਿੱਥੇ ਸਤ ਸੰਗਤ ਦਾ ਮਿਲਾਪ ਮਿਲੇ ਨਾ ਉੱਥੇ ਰਹਿਣਾ ਠੀਕ ਹੁੰਦਾ ਹੈ। ਮਾਨਵ ਦੇਖ ਦੁਖੈ ਦੁਸ਼ਟਾਤਮ, ਇਹ ਖੋਟੀਆਂ ਆਤਮਾ ਵਾਲੇ ਲੋਕ, ਦੁਸ਼ਟ ਲੋਕ ਜਿਹੜੇ ਦੇਖ ਦੇਖ ਕੇ ਦੁਖੀ ਹੁੰਦੇ ਹਨ। ਧਾਮ ਰਹੇ ਸਿੱਖ ਜਾਨ ਸੁਜਾਨਾ, ਤੇ ਇਸ ਪ੍ਰਕਾਰ ਗੁਰਸਿੱਖ ਜਿਹੜੇ ਹਨ ਇਸ ਪ੍ਰਕਾਰ ਸਿਆਣੇ ਉਹਨਾਂ ਦੇ ਘਰਾਂ ਵਿੱਚ ਰਹਿਣਾ ਠੀਕ ਹੁੰਦਾ ਹੈ। ਦੇਸ ਵਿਦੇਸਹਿ ਸੈਲ ਕਰੇ ਦਰਵੇਸ਼ ਕੇ ਬੇਸ, ਤੋ ਕਹਿੰਦੇ ਦੇਸਾਂ ਪ੍ਰਦੇਸਾਂ ਦੀ ਆਪਾਂ ਸੈਰ ਕਰਾਂਗੇ ਇਸ ਭੇਖ ਦੇ ਵਿੱਚ। ਭਨੇ ਸੁਖ ਦਾਨਾ, ਮੇਰੇ ਸਤਿਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ
ਮਰਦਾਨਾ ਜੀ ਅਸੀਂ ਦੇਸਾਂ ਵਿਦੇਸ਼ਾਂ ਦੀ ਸੈਰ ਕਰਨੀ ਹੈ, ਇਸੇ ਫਕੀਰੀ ਵੇਸ ਵਿੱਚ ਫਿਰਨਾ ਹੈ, ਪਰ ਸਾਡਾ ਤੋਂ ਵਿਚਰਨ ਦਾ ਜਿਹੜਾ ਇਸ ਪ੍ਰਕਾਰ ਕਾਰਨ ਇਹ ਹੈ ਕਿ ਅਸੀਂ ਪਰਮੇਸ਼ਵਰ ਦੀ ਭਗਤੀ ਵਿੱਚ ਜੀਵਾਂ ਨੂੰ ਜੋੜਨਾ ਹੈ, ਜਿਸ ਤਰ੍ਹਾਂ ਭਾਈ ਲਾਲੋ ਜੀ ਨੂੰ ਜੋੜਿਆ। ਐਸੀ ਅਵਸਥਾ ਦੇ ਮਾਲਕ ਬਣਾਉਣੇ ਨੇ ਸਿੱਖ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ। ਸਾਧ ਸੰਗਤ ਜੀ, ਆਪਣਾ ਜੋ ਗੁਰਸਿੱਖੀ ਦਾ ਪ੍ਰਚਾਰ ਆਰੰਭ ਕੀਤਾ ਹੈ ਜੀਵਾਂ ਦਾ ਕਲਿਆਣ ਕਰਨ ਵਾਸਤੇ, ਸਤਿਗੁਰੂ ਜੀ ਬਖਸ਼ਿਸ਼ ਕਰਨ, ਸਾਡੇ ਵੀ ਮਨਾਂ ਵਿੱਚ ਐਸੀ ਬਖਸ਼ਿਸ਼ ਕਰਨ ਸਤਿਗੁਰੂ ਪਾਤਸ਼ਾਹ, ਜਿਸ ਦੇ ਧਾਰਨੀ ਹੋ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਦੇਹੋ ਸੱਜਣਾ ਅਸੀਸੜੀਆਂ, ਜੋ ਹੋਵੇ ਸਾਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਮਾਨਵ ਦੇਖ ਦੁਖੈ ਦੁਸ਼ਟਾਤਮ, ਧਾਮ ਰਹੇ ਸਿਖ ਜਾਨ ਸੁਜਾਨਾ। ਦੇਸ ਵਿਦੇਸ ਸਹਿ ਸੈਲ ਕਰੈ, ਦਰਵੇਸ ਕੇ ਬੇਸ ਭਨੈ ਸੁਖ ਦਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।